ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਆਪ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਆਪ ਸਾਰਿਆਂ ਭੈਣਾਂ ਨੂੰ, ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਐਸੇ ਜੀਵਨ ਦੀ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ ਕਿ ਜਿਸ ਜੀਵਨ ਦੇ ਅੰਦਰ ਹਮੇਸ਼ਾ ਆਨੰਦ ਬਣਿਆ ਰਹੇ। ਜੀਵਨ ਚੋਂ ਅਗਿਆਨਤਾ ਮਿਟੇ, ਸਵਾਰਥ ਮਿਟੇ, ਚਾਰ ਚੁਫੇਰੇ ਪ੍ਰਭੂ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਨਜ਼ਰੀ ਪਵੇ, ਰੱਬ ਦੇ ਅੰਦਰ ਮਿਲ ਕੇ ਅਭੇਦ ਹੋ ਜਾਈਏ ਔਰ ਹਰ ਵਕਤ ਆਨੰਦਮਈ ਜ਼ਿੰਦਗੀ ਜੀ ਸਕੀਏ। ਐਸੇ ਜੀਵਨ ਦੀ ਜੁਗਤ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਅੰਦਰ ਮਨੁੱਖ ਮਾਤਰ ਵਾਸਤੇ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ। ਤੇ ਆਪਾਂ ਕੱਲ ਤੱਕ 33 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਕੱਲ ਅਸੀਂ ਵਿਚਾਰ ਕੀਤੀ ਸੀ ਕਿ ਇਹ ਸਰੀਰ ਤੇਰੇ ਅੰਦਰ ਪ੍ਰਭੂ ਨੇ ਆਪਣੀ ਜੋਤ ਰੱਖੀ ਤਾਂ ਤੂੰ ਇਸ ਸੰਸਾਰ ਦੇ ਅੰਦਰ ਆਇਆ। ਯਾਨੀ ਇਹ ਜੋ ਸਾਡਾ ਸਰੀਰ ਹੈ, ਇਹ ਕੇਵਲ ਮਾਦਾ ਵਸਤੂਆਂ ਦਾ ਹੀ ਇੱਕ ਭੰਡਾਰ ਨਹੀਂ ਹੈ। ਇਹਦੇ ਅੰਦਰ ਜੋਤ ਹੈ, ਭਾਵ ਗਿਆਨ ਹੈ, ਔਰ ਰੱਬ ਦਾ ਨੂਰ, ਉਹਦਾ ਜ਼ਹੂਰ ਹੈ, ਉਹਦੀ ਹੋਂਦ ਹੈ, ਉਹਦੀ ਹਸਤੀ ਹੈ, ਪ੍ਰਾਣ ਸੱਤਿਆ ਹੈ। ਤੇ ਸਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ। ਜੇ ਮਾਲਕ ਦੀ ਜੋਤ ਅੰਦਰ ਹੈ, ਰੱਬ ਸਾਡੇ ਅੰਦਰ ਹੈ, ਤਾਂ ਜਿੱਥੇ ਰੱਬ ਹੋਏਗਾ ਉੱਥੇ ਉਸ ਰੱਬ ਦੇ ਗੁਣ ਵੀ ਹੋਣਗੇ, ਉਹਦੇ ਸੁਭਾਅ ਵੀ ਹੋਣਗੇ। ਇਟ ਮੀਨਸ ਕਿ ਸਾਡੇ ਅੰਦਰ ਉਹ ਗੁਣ ਮੌਜੂਦ ਨੇ ਜਿਨ੍ਹਾਂ ਬਾਰੇ ਅਸੀਂ ਰੋਜ਼ ਵਿਚਾਰ ਵੀ ਕਰ ਰਹੇ ਹਾਂ ਕਿ ਗੁਰਪ੍ਰਸਾਦ ਤੱਕ, ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਜੋ ਗੁਣ ਨੇ, ਸੱਚ ਹੈ, ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਇਨਸਾਨੀਅਤ ਹੈ, ਪਿਆਰ ਮੁਹੱਬਤ ਹੈ, ਇਹ ਸਾਰੇ ਗੁਣ ਹਰ ਇਨਸਾਨ ਦੇ ਅੰਦਰ ਮਾਲਕ ਨੇ ਰੱਖੇ ਨੇ। ਜ਼ਰੂਰਤ ਹੈ ਉਹਨਾਂ ਅੰਦਰਲੇ ਗੁਣਾਂ ਨੂੰ ਵਰਤੋਂ ਵਿੱਚ ਲਿਆਉਣ ਦੀ। ਜੇ ਅਸੀਂ ਉਹਨਾਂ ਅੰਦਰਲੇ ਗੁਣਾਂ ਨੂੰ ਵਰਤੋਂ ਵਿੱਚ ਲਿਆਉਂਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਆਨੰਦ, ਖੇੜਾ, ਪ੍ਰਸੰਨਤਾ ਬਣ ਜਾਂਦੀ ਹੈ। ਤਾਂ ਅੱਜ ਅਸੀਂ ਵਿਚਾਰ ਕਰ ਰਹੇ ਹਾਂ 34ਵੀਂ ਪੌੜੀ ਦੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਆਗਮ ਸੁਣਿਆ ਦਾ ਮਤਲਬ ਮਨ ਦੇ ਅੰਦਰ ਪ੍ਰਵੇਸ਼ ਹੋਣਾ, ਆਉਣਾ। ਚਾਉ ਭਇਆ ਦਾ ਮਤਲਬ ਆਨੰਦ ਬਣ ਗਿਆ। ਸੁਣਿਆ ਦਾ ਮਤਲਬ ਮਹਿਸੂਸ ਹੋਇਆ। ਆਪਣੇ ਹਿਰਦੇ ਸੇਜ ਉੱਤੇ ਪ੍ਰਭੂ ਦਾ ਆਉਣਾ ਮੈਂ ਸੁਣਿਆ। ਹੁਣ ਇਹ ਸੁਣਿਆ ਬਾਹਰੋਂ ਨਹੀਂ, ਇੱਥੇ ਸੁਣਿਆ ਦਾ ਮਤਲਬ ਹੈ ਮੈਨੂੰ ਅਨੁਭਵ ਹੋਇਆ, ਮੈਨੂੰ ਮਹਿਸੂਸ ਹੋਇਆ। ਤੇ ਜਦੋਂ ਇਹ ਚੀਜ਼ ਮਹਿਸੂਸ ਕੀਤੀ, ਮੈਂ ਆਪਣੇ ਅੰਦਰ ਵੇਖਿਆ ਪ੍ਰਭੂ ਦਾ ਆਉਣਾ, ਤਾਂ ਗੁਰੂ ਜੀ ਕਹਿੰਦੇ ਨੇ ਉਹਦੀ ਨਿਸ਼ਾਨੀ ਕੀ ਹੈ? ਮਨ ਚਾਉ ਪਿਆ, ਮਨ ਦੇ ਅੰਦਰ ਚਾਅ ਪੈਦਾ ਹੋ ਗਿਆ, ਮਨ ਦੇ ਅੰਦਰ ਆਨੰਦ ਬਣ ਗਿਆ। ਹੁਣ ਇਹ ਚਾਅ ਦਾ ਮਤਲਬ ਵਿਖਾਵੇ ਦੀ ਖੁਸ਼ੀ ਨਹੀਂ ਹੈ, ਇੱਥੇ ਚਾਅ ਦਾ ਮਤਲਬ ਹੈ ਚੜ੍ਹਦੀ ਕਲਾ। ਤੇ ਜਿੱਥੇ ਚੜ੍ਹਦੀ ਕਲਾ ਹੈ, ਜਿੱਥੇ ਆਨੰਦ ਹੈ, ਉੱਥੇ ਕੀ ਹੈ? ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ ਨਾ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉੱਥੇ ਅੰਦਰ ਗੁਰੂ ਦੇ ਸਿਧਾਂਤ ਪ੍ਰਗਟ ਹੋ ਜਾਂਦੇ ਨੇ, ਗੁਰੂ ਦੀ ਸਿੱਖਿਆ, ਗੁਰੂ ਦਾ ਗਿਆਨ ਦਾ ਦੀਵਾ ਅੰਦਰ ਜਗ ਜਾਂਦਾ। ਰਾਗ ਰਤਨ ਪਰਿਵਾਰ ਪਰੀਆਂ ਅਸੀਂ ਵਿਚਾਰ ਕਰ ਰਹੇ ਹਾਂ ਕਿ ਫਿਰ ਸਾਡੀ ਜਿਹੜੀ ਸ਼ਖਸੀਅਤ ਹੈ ਉਹ ਰਾਗਮਈ ਹੋ ਜਾਂਦੀ ਹੈ, ਉਹਦੇ ਅੰਦਰ ਇਖਲਾਕੀ ਜੁਰਤ ਆ ਜਾਂਦੀ ਹੈ, ਮਨ, ਬਚਨ ਔਰ ਕਰਮ ਦੀ ਇਕਸਾਰਤਾ ਆ ਜਾਂਦੀ ਹੈ। ਜਿੱਥੇ ਪ੍ਰਭੂ ਦਾ ਆਗਮਨ, ਜਿੱਥੇ ਆਨੰਦ ਹੈ, ਉੱਥੇ ਸੱਚਾ ਨਾਮ ਜੀਵਨ ਦਾ ਆਧਾਰ ਬਣ ਜਾਂਦਾ ਹੈ। ਸਾਡੀ ਸੋਚ ਦਾ ਬੇਸ ਰੱਬੀ ਗੁਣ ਹੋ ਜਾਂਦੇ ਨੇ। ਉਸ ਆਨੰਦ ਦੀ ਅਵਸਥਾ ਦੇ ਅੰਦਰ ਭੁੱਖਾਂ ਗਵਾਚ ਜਾਂਦੀਆਂ ਨੇ। ਭੁੱਖਾਂ ਦਾ ਮਤਲਬ ਲੋੜਾਂ ਬੰਦਾ ਪੂਰੀਆਂ ਕਰਦਾ ਹੈ, ਆਸਾਵਾਂ, ਤ੍ਰਿਸ਼ਨਾਵਾਂ, ਵਿਕਾਰ ਬਿਲਕੁਲ ਸ਼ਾਂਤ ਹੋ ਜਾਂਦੇ ਨੇ। ਉਸ ਅਵਸਥਾ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ, ਆਪਣੇ ਪਰਾਏ ਦੇ ਵਿਤਕਰੇ ਨਹੀਂ ਰਹਿੰਦੇ। ਉੱਥੇ ਫਿਰ ਹਰ ਵੇਲੇ ਚਾਰ ਚੁਫੇਰੇ ਖੁਸ਼ੀਆਂ ਨਜ਼ਰੀ ਪੈਂਦੀਆਂ ਨੇ, ਚੜ੍ਹਦੀ ਕਲਾ, ਹਰ ਪਾਸੇ ਖੁਸ਼ੀਆਂ। ਜਦੋਂ ਅਸੀਂ ਇਸ ਸੰਸਾਰ ਨੂੰ ਦੇਖਦੇ ਹਾਂ ਤਾਂ ਇਹ ਸੰਸਾਰ ਫਿਰ ਦੁੱਖਾਂ ਦਾ ਘਰ ਪ੍ਰਤੀਤ ਨਹੀਂ ਹੁੰਦਾ। ਅਸੀਂ ਆਪਣੇ ਆਲੇ ਦੁਆਲੇ ਨੂੰ ਵੇਖਦੇ ਹਾਂ ਤਾਂ ਉੱਥੇ ਹਰ ਥਾਂ ਦੇ ਉੱਤੇ ਸਾਨੂੰ
ਖੁਸ਼ੀ ਨਜ਼ਰ ਆਉਂਦੀ ਹੈ, ਪ੍ਰਸੰਨਤਾ ਨਜ਼ਰ ਆਉਂਦੀ ਹੈ, ਉੱਥੇ ਸਫਲਤਾ ਦੇ ਮੌਕੇ ਨਜ਼ਰੀ ਪੈਂਦੇ ਨੇ, ਉੱਥੇ ਚੰਗਿਆਈਆਂ ਨਜ਼ਰੀ ਪੈਂਦੀਆਂ ਨੇ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਨਾ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਬਾਬਾ ਕਬੀਰ ਜੀ ਜਦੋਂ ਵੇਖਦੇ ਨੇ ਚਾਰ ਚੁਫੇਰੇ ਤੇ ਉਹ ਕਹਿੰਦੇ ਨੇ, ਮੈਂ ਦੋਵਾਂ ਅੱਖਾਂ ਦੇ ਨਾਲ ਬੜੀ ਗੌਰ ਦੇ ਨਾਲ ਤੱਕਿਆ ਹੈ, ਜਿੱਧਰ ਵੀ ਮੈਂ ਤੱਕਦਾ ਮੈਨੂੰ ਰੱਬ ਹੀ ਨਜ਼ਰੀ ਪੈਂਦਾ। ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਜਿੱਧਰ ਮੈਂ ਵੇਖਣਾ ਇਹ ਵੇਸ਼, ਇਹ ਸੰਸਾਰ, ਇਹ ਮੈਨੂੰ ਰੱਬ ਦਾ ਰੂਪ ਨਜ਼ਰੀ ਪੈਂਦਾ। ਤਾਂ ਜਿਸ ਇਨਸਾਨ ਦੀ ਮਾਨਸਿਕਤਾ ਦੇ ਵਿੱਚ ਰੱਬੀ ਗੁਣ ਆ ਜਾਣ, ਉਸ ਇਨਸਾਨ ਨੂੰ ਸ਼ੋਕ ਦੇ ਦਰਿਆਵਾਂ ਵਿੱਚ, ਚਮਕ ਦੀ ਬਿਜਲੀ ਵਿੱਚ, ਕੜਕ ਦੇ ਬੱਦਲਾਂ ਵਿੱਚ, ਉੱਠ ਰਹੇ ਤੂਫਾਨਾਂ ਦੇ ਅੰਦਰ ਵੀ ਜ਼ਿੰਦਗੀ ਦਾ ਸੰਗੀਤ ਸੁਣਾਈ ਦਿੰਦਾ। ਫਿਰ ਉਹਨੂੰ ਇਹ ਸਾਰਾ ਸੰਸਾਰ ਮਾਨੋ ਇੱਕ ਆਰਤੀ ਕਰਦਾ ਹੋਇਆ ਨਜ਼ਰੀ ਪੈਂਦਾ ਹੈ। ਗगन में थाल रव चंद दीपक मने तारका मंडल जनक मोती। ਉਹਨੂੰ ਫਿਰ ਪੰਛੀਆਂ ਦੀ ਚਹਿਚਹਾਹਟ ਦੇ ਅੰਦਰ, ਪੰਛੀਆਂ ਦੀ ਚਹਿਚਹਾਹਟ ਅੰਦਰ ਰੱਬੀ ਸੰਗੀਤ ਸੁਣਾਈ ਦਿੰਦਾ ਹੈ। ਉਹਦੇ ਮਨ ਨੂੰ ਕੋਇਲ ਦੀ ਕੁਹੂ ਕੁਹੂ ਮੋਹ ਲੈਂਦੀ ਹੈ। ਮੋਰਾਂ ਦਾ ਨੱਚਣਾ ਉਸ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਰੁੱਖ ਦਰਖਤ ਉਹਨੂੰ ਗਾਉਂਦੇ ਹੋਏ ਪ੍ਰਤੀਤ ਹੁੰਦੇ ਨੇ। ਉਸ ਮਨੁੱਖ ਨੂੰ ਚਾਰ ਚੁਫੇਰੇ ਮਾਨੋ ਇੱਕ ਸੰਗੀਤ ਸੁਣਾਈ ਦਿੰਦਾ ਹੈ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਪੂਰਾ ਜਗਤ ਉਹਨੂੰ ਇੱਕ ਸਿਸਟਮ ਦੇ ਅੰਦਰ, ਇੱਕ ਰਜਾ ਦੇ ਅੰਦਰ ਚੱਲਦਾ ਹੋਇਆ ਪ੍ਰਤੀਤ ਹੁੰਦਾ ਹੈ। ਜਦੋਂ ਅੰਦਰ ਪ੍ਰਤੀਤ ਹੋ ਜਾਏ ਤਾਂ ਗੁਰੂ ਜੀ ਕਹਿੰਦੇ ਨੇ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਹਿਰਦੇ ਘਰ ਵਿੱਚ ਮੇਰੀ ਸੋਚ, ਮੇਰੀ ਮਾਨਸਿਕਤਾ, ਮੇਰੇ ਮਨ ਦੇ ਅੰਦਰ ਪ੍ਰਭੂ ਆਵਸਿਆ, ਪ੍ਰਗਟ ਹੋ ਗਿਆ, ਤਾਂ ਉਹਦੇ ਪ੍ਰਗਟ ਹੋਣ ਦੀ ਨਿਸ਼ਾਨੀ ਹੈ ਕਿ ਜ਼ਿੰਦਗੀ ਅੰਦਰ ਚੜ੍ਹਦੀ ਕਲਾ ਬਣ ਜਾਏਗੀ, ਨੈਗੇਟਿਵਿਟੀ ਖਤਮ ਹੋ ਜਾਏਗੀ। ਉੱਥੇ ਕੁਝ ਵੀ ਨਕਾਰਾਤਮਕ ਨਹੀਂ ਰਹੇ, ਉੱਥੇ ਸਕਾਰਾਤਮਕ ਹੋਵੇਗਾ। ਉੱਥੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਵਾਲੀ ਅਵਸਥਾ ਦੇ ਵਿੱਚ ਵੀ ਖੁਸ਼ੀਆਂ ਪ੍ਰਤੀਤ ਹੋਣਗੀਆਂ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਇਹ ਨਿਸ਼ਾਨੀ ਹੈ, ਇਹ ਨਿਸ਼ਾਨੀ ਹੈ ਪ੍ਰਭੂ ਦੇ ਪ੍ਰਗਟ ਹੋਣ ਦੀ। ਹੁਣ ਪ੍ਰਭੂ ਦਾ ਪ੍ਰਗਟ ਹੋਣਾ ਇਹ ਨਹੀਂ ਕਿ ਅੱਗੇ ਕੋਈ ਚਾਨਣਾ ਆ ਜਾਏਗਾ, ਜਿਵੇਂ ਲੋਕ ਦੱਸਦੇ ਨੇ ਜੀ ਮੈਂ ਬੈਠਾ ਸਾਂ ਸਮਾਧੀ ਲਾ ਕੇ ਤੇ ਸਾਰਾ ਕਮਰਾ ਚਾਨਣੇ ਨਾਲ ਭਰ ਗਿਆ, ਮੇਰੇ ਜੀ ਦਸਮ ਦੁਆਰ ਵਿੱਚ ਤੂੰ ਤੂੰ ਹੋਣ ਲੱਗ ਪਏ, ਜਾਂ ਕੁਝ ਹੋਰ। ਪ੍ਰਭੂ ਦੇ ਮਿਲਾਪ ਦੀ ਨਿਸ਼ਾਨੀ ਹੈ ਕਿ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਦੋਂ ਪ੍ਰਭੂ ਦਾ ਅੰਦਰ ਵਸਣਾ ਪ੍ਰਤੀਤ ਹੋਇਆ, ਉਦੋਂ ਚੜ੍ਹਦੀ ਕਲਾ ਬਣ ਗਈ, ਸਕਾਰਾਤਮਕ ਸੋਚ ਪੈਦਾ ਹੋ ਗਈ। ਤੇ ਅਗਲਾ ਬਚਨ ਕਰਦੇ ਨੇ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਗ੍ਰਹਿ ਦਾ ਮਤਲਬ ਜੋ ਮੇਰਾ ਸਰੀਰ ਹੈ, ਮੰਦਰ ਦਾ ਮਤਲਬ ਰੱਬ ਦਾ ਘਰ ਬਣ ਗਿਆ, ਰੱਬ ਦਾ ਨਿਵਾਸ ਬਣ ਗਿਆ ਹੈ, ਕਿ ਮੇਰਾ ਹਿਰਦਾ ਘਰ ਪ੍ਰਭੂ ਦਾ ਨਿਵਾਸ ਸਥਾਨ ਬਣ ਗਿਆ। ਤੇ ਹੇ ਸਖੀਓ, ਤੁਸੀਂ ਹੁਣ ਖੁਸ਼ੀ ਦੇ ਗੀਤ ਗਾਓ। ਸਖੀਓ, ਸਹੇਲੀਓ, ਭਾਵ ਸਤਸੰਗੀਓ, ਮੇਰੇ ਮਿੱਤਰ ਗਣੋ, ਮੇਰੇ ਪਰਿਵਾਰ ਦੇ ਜੀਓ, ਸੰਸਾਰ ਦੇ ਲੋਕੋ, ਤੁਸੀਂ ਖੁਸ਼ੀ ਦੇ ਗੀਤ ਗਾਓ। ਹੁਣ ਚਾਰ ਚੁਫੇਰੇ ਕਿਉਂਕਿ ਖੁਸ਼ੀ ਪ੍ਰਤੀਤ ਹੋਏਗੀ, ਤੇ ਖਾਸ ਸਾਡੀਆਂ ਸਖੀਆਂ ਸਹੇਲੀਆਂ ਦਾ ਮਿੱਤਰ ਕੌਣ ਨੇ? ਜੋ ਹਮੇਸ਼ਾ ਸਾਡੇ ਨਾਲ ਨੇ, ਜਿਨ੍ਹਾਂ ਨੇ ਕਦੇ ਗੀਤ ਨਹੀਂ ਗਾਏ। ਸਾਡੀਆਂ ਅੱਖਾਂ ਸਾਨੂੰ ਪਰੇਸ਼ਾਨ ਕਰਦੀਆਂ ਨੇ ਨਾ, ਕਦੀ ਤੇ ਅਸੀਂ ਆਨੇ ਪਾਰ ਦੂਜਿਆਂ ਵੱਲ ਵੇਖਦੇ ਹਾਂ, ਕ੍ਰੋਧ ਦੇ ਨਾਲ ਸਾਡੀਆਂ ਅੱਖਾਂ ਲਾਲ ਸੁਰਖ ਹੋਈਆਂ ਹੁੰਦੀਆਂ। ਤਾਂ ਜਦੋਂ ਅੰਦਰ ਪ੍ਰਭੂ ਦਾ ਆਗਮਨ ਸੁਣਿਆ, ਮਹਿਸੂਸ ਹੋਇਆ, ਉਦੋਂ ਇਹਨਾਂ ਅੱਖਾਂ ਦੇ ਅੰਦਰੋਂ ਪ੍ਰੇਮ ਬਰਸੇਗਾ, ਉਦੋਂ ਇਹਨਾਂ ਚੋਂ ਕ੍ਰੋਧ ਨਹੀਂ ਬਰਸੇਗਾ। ਇਹ ਮੇਰੇ ਨੇਤਰੋ, ਹੁਣ ਤੁਸੀਂ ਪ੍ਰਭੂ ਦੇ ਪ੍ਰੇਮ ਦੇ ਅੰਦਰ ਭਿੱਜੋ। ਫਿਰ ਇਹਨਾਂ ਅੱਖਾਂ ਦੇ ਨਾਲ ਅਸੀਂ ਵੇਖਦੇ ਹਾਂ ਕਿਸੇ ਨੂੰ ਆਪਣਾ, ਕਿਸੇ ਨੂੰ ਬੇਗਾਨਾ, ਤਾਂ ਫਿਰ ਐਸਾ ਨਹੀਂ ਰਹੇਗਾ। ਫਿਰ ਇਹ ਸਖੀਆਂ, ਇਹ ਸਾਥੀ ਗੀਤ ਗਾਣਗੇ, ਇਹਨਾਂ ਨੂੰ ਚੁਫੇਰੇ ਨਜ਼ਰ ਨਹੀਂ ਪਵੇਗਾ ਪ੍ਰਭੂ ਦਾ ਨੂਰ, ਪ੍ਰਭੂ ਦਾ ਜ਼ਹੂਰ, ਪ੍ਰਭੂ ਦਾ ਜਲਵਾ। ਇਹਨਾਂ ਨੂੰ ਫਿਰ ਸਕਾਰਾਤਮਕਤਾ ਦਿਸੇਗੀ, ਕਿਸੇ ਦੇ ਦੁੱਖ ਔਰ ਸੁੱਖ ਨੂੰ ਅਨੁਭਵ ਕਰਨਗੇ, ਨਜ਼ਰੀਆ ਬਦਲ ਜਾਏਗਾ, ਅੰਦਰ ਦੀ ਸੋਚ ਬਦਲ ਜਾਏਗੀ। ਕੰਨ ਖੁਸ਼ ਹੁੰਦੇ ਨੇ ਨਾ ਨਿੰਦਾ ਸੁਣ ਕੇ, ਚੁਗਲੀ ਸੁਣ ਕੇ, ਕਿਸੇ ਦਾ ਨੁਕਸਾਨ ਸੁਣ ਕੇ, ਲੇਕਿਨ ਕੰਨਾਂ ਨੂੰ ਹੁਣ ਕਿਹਾ ਜਾ ਰਿਹਾ ਹੈ, ਮੰਗਲ ਗਾਓ, ਖੁਸ਼ੀ ਦੇ ਗੀਤ ਸੁਣੋ, ਪੋजिटिव सकारात्मक सोच सुनो। और हकीकत है
ਜਿਸ ਬੰਦੇ ਦੇ ਜੀਵਨ ਦੇ ਅੰਦਰ ਸਕਾਰਾਤਮਕਤਾ ਪੈਦਾ ਹੋ ਜਾਂਦੀ ਹੈ ਨਾ, ਉਹ ਬੰਦਾ ਨੈਗੇਟਿਵ ਗੱਲ ਪਸੰਦ ਹੀ ਨਹੀਂ ਕਰਦਾ। ਕਿਉਂ ਐਵੇਂ ਆਪਣਾ ਟਾਈਮ ਵਿਅਰਥ ਕਰਨਾ, ਕਿਸੇ ਦੀ ਬਦਨਾਮੀ ਸੁਣ ਕੇ, ਕਿਸੇ ਦੀ ਬਦਖੋਈ ਸੁਣ ਕੇ, ਕਿਸੇ ਦਾ ਨੁਕਸਾਨ ਸੁਣ ਕੇ, ਫਲਾਣੇ ਦਾ ਕੁੜੀ ਚਲੀ ਗਈ ਹੈ ਘਰੋਂ, ਫਲਾਣੇ ਦਾ ਮੁੰਡਾ ਚਲਾ ਗਿਆ ਹੈ, ਉਹਨਾਂ ਦੇ ਘਰ ਨੁਕਸਾਨ ਹੋ ਗਿਆ ਹੈ, ਜਾਂ ਉਹਨਾਂ ਦੀ ਦੋਹਾਂ ਜੀਆਂ ਦੀ ਆਪਸ ਦੇ ਅੰਦਰ ਲੜਾਈ ਰਹਿੰਦੀ ਹੈ, ਉਹਨਾਂ ਦੇ ਘਰ ਤੇ ਕਲੇਸ਼ ਬੜਾ ਰਹਿੰਦਾ ਹੈ। ਇਹਨਾਂ ਗੱਲਾਂ ਦਾ ਕੋਈ ਲਾਭ ਹੀ ਨਹੀਂ ਹੈ, ਇਹਦੇ ਨਾਲ ਸਾਨੂੰ ਕੋਈ ਆਤਮਿਕ ਲਾਭ ਹੋਣ ਵਾਲਾ ਨਹੀਂ ਹੈ। ਸਕਾਰਾਤਮਕ ਬੰਦਾ ਸੋਚ ਸੁਣੇਗਾ, ਗੁਣਾਂ ਦੀ ਗੱਲ ਸੁਣੇਗਾ, ਕਿਸੇ ਚੀਜ਼ ਦਾ ਹੱਲ ਸੁਣੇਗਾ। ਇਹ ਜ਼ਬਾਨ ਹੁਣ ਖੁਸ਼ੀ ਦੇ ਗੀਤ ਗਾ, ਕਿਉਂਕਿ ਅੰਦਰ ਰੱਬ ਵਸਦਾ ਹੈ ਨਾ। ਤੇ ਜਿਹਦੇ ਅੰਦਰ ਰੱਬ ਵਸੇਗਾ, ਅੰਦਰ ਬੈਠਾ ਰੱਬ ਫਿਲਮੀ ਗੀਤ ਥੋੜਾ ਸੁਣੇਗਾ। ਅੰਦਰ ਬੈਠਾ ਰੱਬ ਕੀ ਸੁਣੇਗਾ ਜਦੋਂ ਰੱਬ ਪ੍ਰਗਟ ਹੋ ਜਾਏ? ਜੇ ਅੰਦਰ ਰੱਬ ਆਵਸ ਹੈ ਤੇ ਰੱਬ ਕੈਸੇ ਬੋਲ ਬੋਲੇਗਾ? ਉਹਦੇ ਬੋਲ ਰੱਬ ਵਰਗੇ ਹੋ। ਸਾਡੇ ਹੱਥ ਨੇ ਖੁਸ਼ੀ ਦੇ ਗੀਤ ਗਾਣਗੇ। ਗੀਤ ਗਾਣ ਦਾ ਮਤਲਬ ਹੈ ਖੁਸ਼ੀ ਵਾਲੇ ਕੰਮ ਕਰਨਗੇ, ਉਹ ਕਰਮ ਜਿਨ੍ਹਾਂ ਦੇ ਨਾਲ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋਵੇ, ਸੁੱਖ ਪੈਦਾ ਹੋਵੇ, ਕਿਸੇ ਦਾ ਲਾਭ ਹੋਵੇ, ਕਿਸੇ ਦਾ ਸਹਿਯੋਗ ਹੋਵੇ। ਰੱਬ ਇਹਨਾਂ ਹੱਥਾਂ ਦੇ ਨਾਲ ਲੋਕਾਂ ਦੀਆਂ ਲੱਤਾਂ ਨਹੀਂ ਨਾ ਖਿੱਚੇਗਾ। ਅੰਦਰ ਰੱਬ ਪ੍ਰਗਟ ਹੋਏਗਾ ਤੇ ਰੱਬ ਇਹਨਾਂ ਹੱਥਾਂ ਦੇ ਨਾਲ ਗਲਾਸ ਫੜ ਕੇ ਸ਼ਰਾਬ ਥੋੜਾ ਪੀਏਗਾ। ਗ੍ਰਹਿ ਮੰਦਿਰ ਬਣਿਆ ਨਾ, ਇਹ ਰੱਬ ਦਾ ਘਰ ਮੰਦਿਰ ਬਣ ਗਿਆ। ਤਾਂ ਰੱਬ ਦੇ ਇਸ ਨਿਵਾਸ ਸਥਾਨ ਦੇ ਵਿੱਚ ਕੀ ਪਾਓਗੇ? ਸ਼ਰਾਬ। ਰੱਬ ਦੇ ਇਸ ਨਿਵਾਸ ਸਥਾਨ ਵਿੱਚ ਮੇਰਾ ਇਹ ਸਰੀਰ ਮੰਦਿਰ ਬਣ ਗਿਆ, ਤਾਂ ਇਹਦੇ ਵਿੱਚ ਚੁਗਲੀ ਨਿੰਦਾ ਪਾਓਗੇ। ਰੱਬ ਦੇ ਉੱਤੇ ਜਾ ਕੇ ਗੰਦਗੀ ਪਵੇ, ਅੱਖਾਂ ਰਾਹੀਂ ਕੀ ਪਾਓਗੇ ਰੱਬ ਦੇ? ਜੇ ਅੰਦਰ ਰੱਬ ਪ੍ਰਗਟ ਹੋ ਜਾਏਗਾ ਤੇ ਕਿੱਧਰ ਜਾਏਗਾ ਤੁਰ ਕੇ? ਗੁਰੂ ਪ੍ਰਗਟ ਹੋਏਗਾ ਤੇ ਕਿੱਧਰ ਜਾਏਗਾ? ਕਿ ਸ਼ਰਾਬ ਦੇ ਠੇਕੇ ਵੱਲ, ਕਿ ਵਿਚਾਰ ਦੇ ਅੱਡਿਆਂ ਵੱਲ, ਕਿ ਰੱਬ ਕਿਸੇ ਦਾ ਨੁਕਸਾਨ ਕਰਨ ਜਾਏਗਾ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਮੇਰੇ ਗਿਆਨ ਇੰਦਰਿਓ ਖੁਸ਼ੀ ਦੇ ਗੀਤ ਗਾਓ। ਭਾਵ ਕਿ ਮੇਰਾ ਸਰੀਰ ਦਾ ਅੰਗ ਅੰਗ ਹੁਣ ਖੁਸ਼, ਪੋਜ਼ਿਟਿਵ ਹੈ, ਸਕਾਰਾਤਮਕ ਹੈ, ਚੜ੍ਹਦੀ ਕਲਾ ਵਿੱਚ ਹੈ, ਕਿਉਂਕਿ ਮੇਰਾ ਹਿਰਦਾ ਘਰ, ਮੇਰਾ ਇਹ ਸਰੀਰ ਰੱਬ ਦਾ ਮੰਦਿਰ ਬਣ ਗਿਆ ਹੈ, ਰੱਬ ਦਾ ਨਿਵਾਸ ਬਣ ਗਿਆ ਹੈ। ਰੱਬ ਮੇਰੇ ਅੰਦਰ ਆਣ ਕੇ ਸਦਾ ਵਾਸਤੇ ਟਿਕ ਗਿਆ ਹੈ। ਰੱਬ ਦਾ ਮਤਲਬ ਰੱਬ ਦੇ ਗੁਣ, ਸੱਚ, ਸੰਤੋਖ, ਦਇਆ, ਨਿਰਭੈਤਾ, ਨਿਰਵੈਰਤਾ, ਰੱਬ ਵਾਲਾ ਸੁਭਾਅ। ਤਾਂ ਦੇਖੋ ਇਹ ਚੀਜ਼ ਹੋ ਸਕਦੀ ਹੈ, ਇਹ ਪੋਸੀਬਿਲਿਟੀ ਹੈ, ਪਰ ਅਸੀਂ ਇੱਕ ਤਾਂ ਇਸ ਐਂਗਲ ਤੋਂ ਆਪ ਨਹੀਂ ਵਿਚਾਰਿਆ, ਤੇ ਦੂਜਾ ਇਸ ਐਂਗਲ ਤੋਂ ਸਾਨੂੰ ਇਹ ਚੀਜ਼ ਸਮਝਾਈ ਨਹੀਂ ਗਈ। ਘਰ ਪਰਿਵਾਰਾਂ ਵਿੱਚ, ਗੁਰਦੁਆਰੇ ਸਾਹਿਬਾਨ ਵਿੱਚ ਜੋ ਬਹੁਗਿਣਤੀ ਹੈ, ਉਹਨੇ ਇਸ ਐਂਗਲ ਤੋਂ ਚੀਜ਼ ਨੂੰ ਵਿਚਾਰਿਆ ਨਹੀਂ। ਅਸੀਂ ਇਹਨਾਂ ਚੀਜ਼ਾਂ ਨੂੰ ਅਮਲੀ ਰੂਪ ਵਿੱਚ ਲਿਆਂਦਾ ਨਹੀਂ। ਜੇ ਅਸੀਂ ਅਮਲੀ ਰੂਪ ਵਿੱਚ ਲਿਆਉਣ ਦੀ ਟਰਾਈ ਕਰਦੇ ਤਾਂ ਸਾਡੀ ਜ਼ਿੰਦਗੀ ਹੋਰ ਹੋਣੀ ਸੀ। ਤੇ ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹਾਲੇ ਵੀ ਅਸੀਂ ਆਪਣੀ ਸੋਚ ਨੂੰ ਬਦਲ ਸਕਦੇ ਹਾਂ। ਇਹਦੇ ਨਾਲ ਉਮਰ ਦਾ ਕੋਈ ਲਿਹਾਜ਼ ਨਹੀਂ ਕਿ ਅਸੀਂ ਬੱਚੇ ਹਾਂ ਕਿ ਜਵਾਨ ਹਾਂ ਕਿ ਬਜ਼ੁਰਗ ਹਾਂ। ਜਦੋਂ ਮਰਜ਼ੀ ਤੁਸੀਂ ਆਪਣੀ ਐਸੀ ਸੋਚ ਬਣਾ ਸਕਦੇ ਹੋ। ਅਗਲਾ ਬਚਨ ਕਰਦੇ ਨੇ, ਹਰ ਗਾਓ ਮੰਗਲ ਨਿਤ ਸਖੀਏ। ਕਿ ਇਹ ਮੇਰੇ ਵੀਰੋ, ਭੈਣੋ, ਭਰਾਵੋ, ਮੇਰੇ ਮਿੱਤਰੋ, ਬੱਚਿਓ, ਜਾਂ ਸੰਸਾਰ ਔਰ ਸਮਾਜ ਦੇ ਲੋਕੋ, ਮੇਰੇ ਰਿਸ਼ਤੇਦਾਰੋ, ਜਿੱਥੇ ਵੀ ਜਾਓ ਉੱਥੇ ਚੀਜ਼ ਕਹਿਣੀ ਹੈ। ਗਿਆਨ ਇੰਦਰੀਆਂ ਨੂੰ ਇਹ ਗੱਲ ਉਪਦੇਸ਼ ਕਰਨਾ ਹੈ। ਹਰ ਗਾਓ ਮੰਗਲ ਨਿਤ ਸਖੀਏ। ਕਿ ਇਹ ਸਤਸੰਗੀ ਜਨੋ, ਗੁਰਮੁਖ ਪਿਆਰਿਓ, ਨਿਤ ਮੰਗਲ ਗਾਓ। ਮੰਗਲ ਦਾ ਮਤਲਬ ਖੁਸ਼ੀ ਦੇ ਗੀਤ ਗਾਓ, ਗੁਣਾਂ ਦੀ ਗੱਲ ਕਰੋ। ਕਿਉਂ ਕਰੋ? ਉਹਦਾ ਫਲ ਕੀ ਮਿਲੇਗਾ? ਸੋਗ ਦੁੱਖ ਨਾ ਵਿਆਪੇ। ਸੋਗ ਦਾ ਮਤਲਬ ਚਿੰਤਾ ਨਹੀਂ ਵਿਆਪੇਗੀ, ਤੁਹਾਡੇ ਤੇ ਚਿੰਤਾ ਪ੍ਰਭਾਵ ਨਹੀਂ ਪਾਏਗੀ, ਕੋਈ ਦੁੱਖ ਪ੍ਰਭਾਵ ਨਹੀਂ ਪਾਏਗਾ, ਤੁਹਾਡੀ ਜ਼ਿੰਦਗੀ ਵਿੱਚ ਚਿੰਤਾਵਾਂ ਨਹੀਂ ਆਉਣਗੀਆਂ, ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣਗੇ, ਜੇ ਤੁਸੀਂ ਪੋਜ਼ਿਟਿਵ ਗੱਲ ਕਰੋਗੇ। ਹੁਣ ਇਹ ਗੱਲ ਅਸੀਂ ਰੋਜ਼ ਆਪ ਨਾਲ ਵਿਚਾਰ ਅਸੀਂ ਸਾਂਝੀ ਕਰ ਰਹੇ ਹਾਂ, ਸਾਰੇ ਭੈਣ ਭਰਾ ਮਿਲ ਕੇ, ਕਿ ਜੇ ਅਸੀਂ ਗੱਲ ਹੀ ਸੱਚ ਦੀ ਕਰੀਏ ਆਪਸ ਵਿੱਚ, ਪਰਿਵਾਰ ਵਿੱਚ, ਪਤਨੀ ਨਾਲ, ਮਾਂ ਨਾਲ, ਪਿਓ ਨਾਲ, ਭੈਣਾਂ ਨਾਲ, ਨੂੰਹ ਨਾਲ, ਪੁੱਤਰ ਨਾਲ, ਜਿਹੜੇ ਵੀ ਅਸੀਂ ਮੈਂਬਰ ਹੈਗੇ ਆ, ਗੱਲ ਸਿਰਫ ਸੱਚ ਦੀ ਕਰੀਏ, ਵਿਹਾਰ ਸੱਚਾ ਰੱਖੀਏ, ਆਪਸ ਦੇ ਅੰਦਰ ਸਮਰਪਣ ਹੋਵੇ, ਆਪਸ ਦੇ ਅੰਦਰ ਪਿਆਰ ਦੀਆਂ ਗੱਲਾਂ ਕਰੀਏ, ਨਿਰਭੈਤਾ ਨਿਰਵੈਰਤਾ ਦੀਆਂ ਗੱਲਾਂ ਕਰੀਏ, ਨਿਰਭੈਤਾ ਨਿਰਵੈਰਤਾ ਵਾਲਾ ਵਿਹਾਰ ਕਰੀਏ,
ਤਾਂ ਕੀ ਘਰ ਦੇ ਅੰਦਰ ਦੁੱਖ ਵਿਆਪੇਗਾ, ਚਿੰਤਾ ਵਿਆਪੇਗੀ ਕੋਈ? ਚਿੰਤਾ ਉਦੋਂ ਵਿਆਪਦੀ ਹੈ ਜਦੋਂ ਅਸੀਂ ਨੈਗੇਟਿਵ ਗੱਲਾਂ ਕਰਦੇ ਹਾਂ। ਮੈਂ ਪਹਿਲਾਂ ਇੱਕ ਦਿਨ ਆਨੰਦਮਈ ਜੀਵਨ ਦੇ ਟੌਪਿਕ ਵਿੱਚ ਬੇਨਤੀ ਕੀਤੀ ਸੀ ਨਾ ਕਿ ਸਾਡੇ ਜੋ ਵਿਚਾਰ ਨੇ ਉਹ ਸਾਡੀ ਜ਼ਿੰਦਗੀ ਅੰਦਰ ਸੁੱਖ ਔਰ ਦੁੱਖ ਪੈਦਾ ਕਰਦੇ ਨੇ। ਸਾਡੇ ਅੰਦਰ ਕੋਈ ਵੀ ਜੋ ਵਿਚਾਰ ਹੈ, ਕੋਈ ਵੀ ਕਰਮ ਹੈ, ਵਿਚਾਰ ਹੈ, ਉਹ ਸਾਡੇ ਅੰਦਰ ਇੱਕ ਤਰੰਗ ਪੈਦਾ ਕਰਦਾ, ਚੰਗੀ ਜਾਂ ਮਾੜੀ। ਤੇ ਉਹ ਤਰੰਗ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰਭਾਵ ਪਾ ਕੇ ਖਤਮ ਹੋ ਜਾਂਦੀ, ਇੱਕ ਲਹਿਰ ਖਤਮ ਹੋ ਜਾਂਦੀ, ਲੇਕਿਨ ਉਹ ਆਪਣਾ ਪ੍ਰਭਾਵ ਛੱਡ ਦਿੰਦੀ ਹੈ। ਜੋ ਪਲੇਜ਼ੈਂਟ ਇਮੋਸ਼ਨਸ ਨੇ, ਪਲੇਜ਼ੈਂਟ ਇਮੋਸ਼ਨਸ, ਆਨੰਦਦਾਇਕ ਤਰੰਗਾਂ, ਉਹ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰਭਾਵ ਪਾ ਕੇ ਸਾਡੇ ਸਰੀਰ ਨੂੰ ਰਿਲੈਕਸ ਕਰਕੇ ਇੱਕ ਆਨੰਦ, ਇੱਕ ਸੁੱਖ ਜਿਹਾ ਛੱਡ ਕੇ ਖਤਮ ਹੋ ਜਾਂਦੀ। ਜੋ ਅਨਪਲੇਜ਼ੈਂਟ ਇਮੋਸ਼ਨਸ ਨੇ, ਮਾੜੀਆਂ ਤਰੰਗਾਂ ਨੇ, ਉਹ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਜਾਂਦੀ ਹੈ, ਲੇਕਿਨ ਸਰੀਰ ਦੇ ਅੰਦਰ, ਦਿਮਾਗ ਦੇ ਅੰਦਰ ਇੱਕ ਟੈਨਸ਼ਨ, ਇੱਕ ਤਣਾਅ ਪੈਦਾ ਕਰ ਦਿੰਦੀ। ਤੇ ਉਸ ਤਣਾਅ ਦੇ ਅੰਦਰ ਕਈ ਸਾਰੇ ਰੋਗਾਂ ਦੇ ਸਿੰਪਟਮ ਖੜੇ ਹੋ ਜਾਂਦੇ ਨੇ। ਉਹ ਤਰੰਗ ਖਤਮ ਹੋ ਗਈ, ਉਹਦਾ ਕੰਮ ਖਤਮ ਹੋ ਗਿਆ, ਜੋ ਉਹਨੇ ਕਰਨਾ ਸੀ ਕਰ ਦਿੱਤਾ। ਕਈ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ, ਚਿੰਤਾ ਦੇ ਸ਼ਿਕਾਰ ਹੋ ਜਾਂਦੇ ਨੇ। ਕਿਉਂ? ਕਿ ਉਹਨਾਂ ਦੇ ਦਿਮਾਗ ਦੇ ਅੰਦਰ ਅਨਪਲੇਜ਼ੈਂਟ ਇਮੋਸ਼ਨਸ ਪੈਦਾ ਹੋ ਗਏ। ਤੇ ਅਨਪਲੇਜ਼ੈਂਟ ਇਮੋਸ਼ਨ ਬੰਦਾ ਆਪ ਪੈਦਾ ਕਰ ਰਿਹਾ, ਪਲੇਜ਼ੈਂਟ ਇਮੋਸ਼ਨਸ ਵੀ ਆਪ ਪੈਦਾ ਕਰਨੇ ਨੇ। ਪਲੇਜ਼ੈਂਟ ਇਮੋਸ਼ਨਸ, ਆਨੰਦਮਈ ਤਰੰਗਾਂ ਸੱਚ ਤੋਂ ਪੈਦਾ ਹੁੰਦੀਆਂ ਨੇ, ਸੰਤੋਖ ਤੋਂ ਪੈਦਾ ਹੁੰਦੀਆਂ ਨੇ, ਦਇਆ ਤੋਂ ਪੈਦਾ ਹੁੰਦੀਆਂ ਨੇ, ਪ੍ਰੇਮ ਤੋਂ ਪੈਦਾ ਹੁੰਦੀਆਂ ਨੇ। ਜੇ ਐਸੇ ਵਿਚਾਰ ਹੋਣਗੇ, ਪਲੇਜ਼ੈਂਟ ਇਮੋਸ਼ਨਸ ਪੈਦਾ ਹੋਣਗੇ, ਸਰੀਰ, ਮਨ, ਤਨ ਠੰਡਾ ਠਾਰ ਹੋ ਜਾਏਗਾ, ਛਾਤੀ ਸ਼ੀਤਲ, ਮਨ ਸੁਖੀ, ਛੰਤ ਗੋਬਿੰਦ ਗੁਣ ਗਾਏ। ਤੇ ਜੋ ਅਨਪਲੇਜ਼ੈਂਟ ਇਮੋਸ਼ਨਸ ਨੇ, ਉਹ ਕ੍ਰੋਧ ਤੋਂ, ਈਰਖਾ ਤੋਂ, ਜਲਨ ਤੋਂ, ਝੂਠ ਤੋਂ, ਇਹਨਾਂ ਮਾੜੇ ਕੰਮਾਂ ਤੋਂ, ਜ਼ੁਲਮ ਤੋਂ ਪੈਦਾ ਹੁੰਦੀਆਂ ਨੇ। ਤੇ ਜਿਹਦੇ ਮਨ ਦੇ ਅੰਦਰ ਵਿਚਾਰ ਐਸੇ ਹੋਣਗੇ, ਤੇ ਅੰਦਰ ਤਣਾਅ ਪੈਦਾ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਹਰ ਗਾਓ ਮੰਗਲ ਨਿਤ ਸਖੀਏ ਕਿ ਇਹ ਮੇਰੇ ਗਿਆਨ ਇੰਦਰਿਓ। ਮੇਰੇ ਭੈਣੋ ਭਰਾਵੋ, ਹਮੇਸ਼ਾ ਖੁਸ਼ੀ ਦੇ ਗੀਤ ਗਾਓ। ਉਹ ਗੱਲਾਂ ਕਰੋ, ਉਹ ਕਰਮ ਕਰੋ ਜਿਨ੍ਹਾਂ ਦੇ ਨਾਲ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋਵੇ। ਐਵੇਂ ਕਰਨ ਨਾਲ ਕੀ ਹੋਏਗਾ? ਸੋਗ ਦੁੱਖ ਨਾ ਵਿਆਪੇ, ਫਿਰ ਕਦੇ ਵੀ ਬੰਦੇ ਨੂੰ ਚਿੰਤਾ ਨਹੀਂ ਵਿਆਪਦੀ, ਫਿਰ ਉਹਦੇ ਉੱਤੇ ਕੋਈ ਦੁੱਖ ਪ੍ਰਭਾਵ ਨਹੀਂ ਪਾਉਂਦਾ। ਦੇਖੋ ਕਿੰਨਾ ਸੌਖਾ ਸਾਧਨ ਹੈ। ਨਾ ਇੱਥੇ ਸਾਨੂੰ ਕਿਹਾ ਜਾ ਰਿਹਾ ਕਿ 10ਵੇਂ ਦੁਆਰ ਵਿੱਚ ਪ੍ਰਾਣ ਚੜਾਓ, ਨਾ ਕਿਹਾ ਜਾ ਰਿਹਾ ਸਮਾਧੀ ਲਾਓ, ਨਾ ਕਿਹਾ ਜਾ ਰਿਹਾ ਜੰਗਲਾਂ ਵਿੱਚ ਜਾਓ, ਨਾ ਕਿਹਾ ਜਾ ਰਿਹਾ ਮਾਲਾ ਫੇਰੋ। ਇਹੀ ਕੰਮ ਔਖੇ ਲੱਗਦੇ ਨੇ ਨਾ, ਤੇ ਇਹਨਾਂ ਨੂੰ ਤੇ ਗੁਰੂ ਜੀ ਖੰਡਨ ਕਰਦੇ ਨੇ। ਗੱਲ ਤਾਂ ਸੋਚ ਬਦਲਣ ਦੀ ਹੈ, ਗੱਲ ਤਾਂ ਉਹਨਾਂ ਚੀਜ਼ਾਂ ਨੂੰ ਅੰਦਰ ਅਨੁਭਵ ਕਰਨ ਦੀ ਹੈ, ਸ਼ੁਭ ਗੁਣਾਂ ਨੂੰ ਅੰਦਰ ਵਸਾਉਣ ਦੀ ਹੈ। ਸੋਗ ਔਰ ਦੁੱਖ ਨਹੀਂ ਵਿਆਪਦੇ। ਹੁਣ ਇਹ ਰੱਬ ਜਾਪਦਾ ਕਿਵੇਂ ਹੈ, ਦਿਸੇ ਕਿਵੇਂ, ਐਸੀ ਸੋਚ ਕਿਵੇਂ ਬਣੇ, ਆਪਣੀ ਸੋਚ ਜਿਹੜੀ ਬਦਲੀ ਕਿਵੇਂ ਜਾਏ? ਦੇਖੋ ਗੱਲ ਤਾਂ ਸਮਝ ਆ ਗਈ, ਪਰ ਕਈ ਵਾਰ ਹੁੰਦਾ ਇਹ ਹੈ ਕਿ ਅਸੀਂ ਇਹੋ ਜਿਹੀ ਸੋਚ ਬਣਾ ਨਹੀਂ ਪਾਉਂਦੇ। ਸਾਨੂੰ ਉਹ ਸਾਧਨ ਨਹੀਂ ਮਿਲਦੇ, ਸਾਨੂੰ ਉਹ ਢੰਗ ਨਹੀਂ ਮਿਲਦਾ ਕਿ ਕਿਵੇਂ ਕਰੀਏ, ਕਿੱਥੋਂ ਇਹ ਚੀਜ਼ਾਂ ਪੈਦਾ ਹੋਣ, ਕਿਵੇਂ ਉਹ ਦਿਨ ਸੁਭਾਗਾ ਆਵੇ ਕਿ ਜਦੋਂ ਸਾਡੀ ਵੀ ਸੋਚ ਐਸੀ ਬਣ ਜਾਏ। ਤਾਂ ਗੁਰੂ ਜੀ ਕਹਿੰਦੇ ਨੇ, ਗੁਰ ਚਰਨ ਲਾਗੇ ਦਿਨ ਸੁਭਾਗੇ। ਸੁਭਾਗੇ ਦਾ ਮਤਲਬ ਭਾਗਾਂ ਵਾਲੇ। ਉਹ ਦਿਨ ਭਾਗਾਂ ਵਾਲੇ ਹੁੰਦੇ ਨੇ ਜਦੋਂ ਬੰਦਾ ਗੁਰੂ ਦੇ ਚਰਨੀ ਜਾ ਲੱਗਦਾ ਹੈ। ਜਦੋਂ ਗੁਰੂ ਦੇ ਚਰਨੀ ਜਾ ਲੱਗਦਾ ਤੇ ਦੇਖੋ ਇਹਦੇ ਪਿੱਛੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਆਪਣਾ ਜੀਵਨ ਵੀ ਖੜਾ ਹੋਇਆ। 60-65 ਸਾਲ ਦੀ ਜ਼ਿੰਦਗੀ ਤੱਕ ਉਹਨਾਂ ਦੀ ਜ਼ਿੰਦਗੀ ਵਿੱਚ ਆਨੰਦ ਨਹੀਂ ਬਣਿਆ, ਖੁਸ਼ੀ ਪੈਦਾ ਨਹੀਂ ਹੋਈ। ਬਿਨਾਂ ਸ਼ੱਕ ਤੋਂ ਉਸ ਟਾਈਮ ਦੇ ਉਹ ਅਮੀਰ ਵਿਅਕਤੀ ਸਨ, ਧਰਮੀ ਵੀ ਸਨ, ਹਰ ਸਾਲ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਸਨ, ਤੀਰਥ ਤੇ ਜਾਂਦੇ ਸਨ, ਰਾਹ ਵਿੱਚ ਮੁਸਾਫਰਾਂ ਦੀ ਸੇਵਾ ਵੀ ਕਰਦੇ ਸਨ, ਸੁਭਾਅ ਵੀ ਠੀਕ ਸੀ। 22 ਸਾਲ ਹਰ ਸਾਲ ਜਾਣਾ ਗੰਗਾ ਤੇ ਫਿਰ ਪੰਜਾਬ ਤੋਂ ਪੈਦਲ ਚੱਲ ਕੇ ਜਾਣਾ, ਕਿੰਨਾ ਟਾਈਮ ਲੱਗਦਾ। ਇੰਨੇ ਟਾਈਮ ਵਾਸਤੇ ਸਫ਼ਰ ਵੀ ਕਰਨਾ ਜੰਗਲਾਂ ਵਿੱਚ, ਫਿਰ ਆਪਣਾ ਘਰ-ਬਾਰ ਦਾ ਕੰਮ ਵੀ ਛੱਡਣਾ, ਖਰਚ ਵੀ ਕਰਨਾ, ਲੇਕਿਨ ਆਨੰਦ ਨਹੀਂ ਸੀ।
ਜਿਸ ਦਿਨ ਗੁਰੂ ਅਮਰਦਾਸ ਜੀ ਦੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਏ ਨਾ, ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਰਹੇ, ਉੱਥੇ ਸਿੱਖ ਫਿਲਾਸਫੀ ਨੂੰ ਪੜ੍ਹਿਆ, ਵਾਚਿਆ, ਸੁਣਿਆ, ਅਪਣਾਇਆ ਔਰ ਉਹਦੇ ਤੇ ਅਮਲ ਕੀਤਾ। ਗੁਰੂ ਦੀ ਸੋਚ ਦੇ ਅੰਦਰ ਆਪਣੀ ਸੋਚ ਨੂੰ ਲੀਨ ਕਰ ਦਿੱਤਾ ਤੇ ਫਿਰ ਕਿਆ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਕਿ ਮੈਂ ਗੁਰੂ ਨੂੰ ਪਾ ਲਿਆ। ਅੱਜ ਮੇਰੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋਇਆ। ਤਾਂ ਜਦੋਂ ਅਸੀਂ ਗੁਰੂ ਦੇ ਚਰਨਾਂ ਤੇ ਲੱਗਦੇ ਹਾਂ, ਉਹ ਸਮਾਂ ਭਾਗਾਂ ਵਾਲਾ ਹੁੰਦਾ ਹੈ। ਕਿਉਂ ਭਾਗਾਂ ਵਾਲਾ ਹੁੰਦਾ ਹੈ? ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਆਪਣਾ ਪਿਰ ਜਾਪੇ। ਇਹਨੂੰ ਆਪਣਾ ਨਹੀਂ ਪੜਨਾ, ਆਪਣਾ, ਐਦੇ ਨਾਲ ਕੰਨਾਂ ਲਾ ਕੇ, ਆਪਣਾ ਪਿਰ ਜਾਪੇ। ਇੱਥੇ ਜਾਪੇ ਦਾ ਮਤਲਬ ਹੈ ਜਾਪਦਾ ਹੈ, ਦਿਸਦਾ ਹੈ। ਜਦੋਂ ਅਸੀਂ ਗੁਰੂ ਦੇ ਚਰਨਾਂ ਤੇ ਲੱਗਦੇ ਹਾਂ, ਉਹ ਸਮਾਂ ਭਾਗਾਂ ਵਾਲਾ ਹੁੰਦਾ ਹੈ, ਕਿਉਂਕਿ ਉਸ ਸਮੇਂ ਫਿਰ ਆਪਣਾ ਰੱਬ ਦਿਸ ਪੈਂਦਾ ਚਫੇਰੇ, ਜਾਪਦਾ ਹੈ, ਬਿਲਕੁਲ ਜਾਪਦਾ ਹੈ, ਦਿਸਦਾ ਹੈ। ਹੁਣ ਗੁਰੂ ਦੇ ਚਰਨਾਂ ਤੇ ਲੱਗਣਾ ਕੀ ਹੈ? ਇਹ ਮੱਥਾ ਸਿਰ ਨਹੀਂ, ਕਿਉਂਕਿ ਗੁਰੂ ਹੈ ਸ਼ਬਦ ਤੇ ਸਿੱਖ ਹੈ ਸੁਰਤ। ਯਾਨੀ ਗੁਰੂ ਦੇ ਉਪਦੇਸ਼ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹੈ। ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੈ। ਇੱਥੇ ਸ਼ਬਦ ਸੁਰਤ ਜੋਗੀਆਂ ਵਾਲਾ ਨਹੀਂ, ਇੱਥੇ ਸੁਰਤ ਦਾ ਮਤਲਬ ਹੈ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਤੇ ਸੁਰਤ ਦਾ ਮਤਲਬ ਹੈ ਸਾਡੀ ਮੈਂਟੈਲਿਟੀ, ਸਾਡੀ ਸੋਚ। ਆਪਣੀ ਸੋਚ ਨੂੰ ਗੁਰੂ ਦੇ ਸ਼ਬਦ ਉਪਦੇਸ਼ ਦੇ ਨਾਲ ਲਗਾਉਣਾ ਹੈ। ਤੇ ਜਦੋਂ ਸਾਡੀ ਸੁਰਤ, ਸਾਡੀ ਮਾਨਸਿਕਤਾ, ਸਾਡੀ ਸੋਚ ਗੁਰੂ ਦੀ ਬਾਣੀ ਨਾਲ, ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜ ਗਈ, ਉਦੋਂ ਫਿਰ ਚਾਰ ਚੁਫੇਰੇ ਰੱਬ ਦਿਸੇਗਾ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ, ਉਦੋਂ ਸਾਨੂੰ ਰੱਬ ਦਿਸਦਾ ਹੈ ਚੁਫੇਰੇ। ਇਹ ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਰੱਬ ਨੂੰ ਅੱਜ ਵੇਖਣਾ ਚਾਹੁੰਦੇ ਹਾਂ ਚਾਰ ਚੁਫੇਰੇ, ਕੱਲ ਵੇਖਣਾ ਚਾਹੁੰਦੇ ਹਾਂ, 10 ਦਿਨ ਬਾਅਦ, ਸਾਲ ਬਾਅਦ, 2 ਸਾਲ ਬਾਅਦ, ਕਿ ਸਾਰੀ ਜ਼ਿੰਦਗੀ ਨਹੀਂ ਵੇਖਣਾ ਚਾਹੁੰਦੇ। ਇਹ ਸਾਡੇ ਤੇ ਡਿਪੈਂਡ ਕਰੇਗਾ। ਤੁਹਾਡੇ ਕਮਰੇ ਵਿੱਚ ਹਨੇਰਾ ਹੈ, ਤੁਸੀਂ ਚਾਨਣਾ ਕਰਨਾ ਚਾਹੁੰਦੇ ਹੋ, ਕਦੋਂ ਕਰਨਾ ਚਾਹੁੰਦੇ ਹੋ? ਫਿਟਿੰਗ ਹੋਈ ਹੈ, ਬਲਬ ਲੱਗਾ ਹੈ, ਸਵਿਚ ਲੱਗਾ ਹੈ, ਚਾਨਣਾ ਤੁਸੀਂ ਕਰਨਾ ਚਾਹੁੰਦੇ ਹੋ, ਕਦੋਂ ਕਰਨਾ ਚਾਹੁੰਦੇ ਹੋ? ਤਾਂ ਜਦੋਂ ਚਾਨਣਾ ਕਰਨਾ ਹੋਏਗਾ, ਕੀ ਕਰਨਾ ਪਏਗਾ? ਸਵਿਚ ਔਨ ਕਰਨਾ। ਜਦੋਂ ਸਵਿਚ ਔਨ ਕਰੋਗੇ, ਉਸੇ ਵੇਲੇ ਚਾਨਣ ਹੋ ਜਾਏਗਾ। ਪਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਸਵਿਚ ਔਨ ਕਦੋਂ ਕਰੋਗੇ? ਹੁਣੇ ਹੀ ਕਰੋਗੇ, ਘੰਟੇ ਬਾਅਦ, 2 ਘੰਟੇ ਬਾਅਦ, 4 ਦਿਨ ਬਾਅਦ? ਜਦੋਂ ਸਵਿਚ ਔਨ ਕਰੋਗੇ, ਚਾਨਣ ਉਦੋਂ ਹੀ ਹੋਏਗਾ। ਰੱਬ ਨੂੰ ਤੁਸੀਂ ਕਦੋਂ ਵੇਖਣਾ ਚਾਹੁੰਦੇ? ਉਸੇ ਵੇਲੇ ਦਿਸ ਪਏਗਾ। ਪਰ ਜਦੋਂ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜੋਗੇ, ਉਦੋਂ ਦਿਸ ਜਾਏਗਾ, ਭਾਵੇਂ ਹੁਣੇ ਜੋੜ ਲਓ, 10 ਦਿਨ ਬਾਅਦ ਜੋੜ ਲਓ। ਇਹ ਹੁਣ ਬੰਦੇ ਦੀ ਆਪਣੀ ਮਰਜ਼ੀ ਹੈ, ਫੈਸਲਾ ਬੰਦੇ ਨੇ ਆਪ ਲੈਣਾ ਹੈ ਕਿ ਮੈਂ ਗੁਰਮਤ ਅਨੁਸਾਰ ਕਦੋਂ ਸੋਚਣਾ ਸ਼ੁਰੂ ਕਰਨਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਗੁਰੂ ਚਰਨਾਂ ਤੇ, ਗੁਰੂ ਸ਼ਬਦ ਨਾਲ, ਗੁਰੂ ਦੀ ਵਿਚਾਰਧਾਰਾ ਨਾਲ, ਗੁਰੂ ਦੀ ਫਿਲਾਸਫੀ ਦੇ ਨਾਲ ਮੇਰੀ ਸੁਰਤ ਜੁੜ ਗਈ, ਮੇਰੀ ਮਾਨਸਿਕਤਾ ਦੇ ਅੰਦਰ ਗੁਰੂ ਦੀ ਸੋਚ ਵਸ ਗਈ, ਮੇਰੀ ਸੋਚ ਗੁਰੂ ਦੀ ਸੋਚ ਵਿੱਚ ਸਮਾ ਗਈ, ਉਸ ਵੇਲੇ ਮੈਨੂੰ ਰੱਬ ਦਿਸਣ ਲੱਗ ਗਿਆ। ਹਕੀਕਤ ਹੈ। ਪਰ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਦਿਸਦਾ। ਕਾਰਨ ਕੀ ਹੈ? ਸਾਡੀ ਆਪਣੀ ਈਗੋ ਨਹੀਂ ਮੁੱਕਦੀ, ਅਸੀਂ ਆਪਣੀ ਸੋਚ ਨੂੰ ਨਹੀਂ ਛੱਡਦੇ। ਸਾਡੀ ਇੱਕ ਸੋਚ ਬਣੀ ਹੋਈ ਹੈ ਕਿ ਨਾ ਜੀ, ਸਾਰਿਆਂ ਵਿੱਚ ਤੇ ਰੱਬ ਹੈ ਹੀ ਨਹੀਂ। ਰੱਬ ਤੇ ਉਹਨੂੰ ਮਿਲੇਗਾ ਜਿਹੜਾ ਮਾਲਾ ਫੇਰੇਗਾ, ਰੱਬ ਤੇ ਉਹਨੂੰ ਮਿਲੇਗਾ ਜਿਹੜਾ ਸਮਾਧੀਆਂ ਲਾਏਗਾ, ਜਿਹੜਾ ਜੰਗਲਾਂ ਵਿੱਚ ਜਾਏਗਾ, ਜਿਹੜਾ ਬਾਬਿਆਂ ਦੀ ਸੇਵਾ ਕਰੇਗਾ। ਹੁਣ ਸਾਡੀ ਸੋਚ ਬਣੀ ਹੈ ਨਾ, ਇਹ ਅਸੀਂ ਕਿਸੇ ਦੀ ਸੋਚ ਨਾਲ ਆਪਣੀ ਸੁਰਤ ਨੂੰ ਜੋੜਿਆ ਹੋਇਆ ਹੈ। ਜਦੋਂ ਗੁਰੂ ਦੀ ਬਾਣੀ ਨਾਲ, ਗੁਰੂ ਦੀ ਇਸ ਪ੍ਰਤੱਖ ਸੋਚ ਦੇ ਨਾਲ ਆਪਣੀ ਸੋਚ ਜੋੜ ਲਵਾਂਗੇ, ਹੁਣੇ ਰੱਬ ਦਿਸੇਗਾ। ਗੁਰੂ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ। ਅਨਹਤ ਦਾ ਮਤਲਬ ਲਗਾਤਾਰ, ਕੰਟੀਨਿਊ, ਇੱਕ ਰਸ। ਗੁਰ ਸ਼ਬਦ ਜਾਣੀ, ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ, ਗੁਰੂ ਦੇ ਸ਼ਬਦ ਰਾਹੀਂ। ਜਾਣੀ ਦਾ ਮਤਲਬ ਜਾਣ ਲਈ, ਸਾਂਝ ਬਣ ਗਈ।
ਤਾਂ ਅਨਹਤ ਬਾਣੀ ਗੁਰ ਸ਼ਬਦ ਜਾਣੀ। ਅਨਹਤ ਬਾਣੀ ਦਾ ਮਤਲਬ ਹੈ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਰੱਬ ਦੇ ਗੁਣ ਗਾਣੇ, ਯਾਨੀ ਸਿਫਤ ਸਲਾਹ ਵਾਲੀ ਸੋਚ ਅੰਦਰ ਹਮੇਸ਼ਾ ਸਿਫਤ ਸਲਾਹ ਰਹੇ, ਇੱਕ ਵੀ ਵਿਚਾਰ ਨੈਗੇਟਿਵ ਨਾ ਆਵੇ। ਜਿੰਨੇ ਵੀ ਅੰਦਰ ਫੁਰਨੇ ਫੁਰਨ ਉਹ ਚੰਗੇ ਫੁਰਨ, ਦਇਆ ਵਾਲੇ, ਪ੍ਰੇਮ ਵਾਲੇ, ਮੁਹੱਬਤ ਵਾਲੇ, ਇਨਸਾਨੀਅਤ ਵਾਲੇ, ਨਿਰਭੈਤਾ ਵਾਲੇ, ਨਿਰਵੈਰਤਾ ਵਾਲੇ, ਲਗਾਤਾਰ ਇਹ ਸੋਚ ਬਣੀ ਰਹੇ। ਤੇ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਰਾਹੀਂ ਇਸ ਸੋਚ ਨੂੰ ਮੈਂ ਜਾਣ ਲਿਆ ਕਿ ਐਸੀ ਸੋਚ ਬਣ ਜਾਂਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਇੱਕ ਰਸ ਸਿੱਧ ਸਲਾਹ ਦੀ ਰੌਂ ਦੇ ਨਾਲ ਸਾਂਝ ਬਣ ਜਾਂਦਾ। ਯਾਨੀ ਜੇ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ ਨਾ, ਮਨ ਬਚਨ ਕਰਮ ਕਰਕੇ, ਤਾਂ ਇਹ ਸੋਚ ਲਗਾਤਾਰ ਬਣ ਜਾਂਦੀ ਹੈ। ਫਿਰ ਨਿਯਤਨ ਇਹ ਸਾਰਾ ਕੁਝ ਹੋ ਹੀ ਜਾਂਦਾ ਹੈ। ਕਿਵੇਂ ਹੁੰਦਾ ਹੈ? ਥੋੜੀ ਪ੍ਰੈਕਟਿਸ ਕਰਨੀ ਪੈਗੀ ਨਾ ਕੁਝ ਦਿਨ ਲਈ। ਜਿਵੇਂ ਅਸੀਂ ਸਾਈਕਲ ਸਿੱਖਦੇ ਸਾਂ, ਸਾਡੇ ਟਾਈਮ ਵਿੱਚ ਅੱਧੀ ਕੈਂਚੀ ਪਹਿਲੋਂ ਚਲਾਉਂਦੇ ਸੀ, ਦੂਜੇ ਪਾਸੇ ਨੂੰ ਪੈਰ ਫਸਾਇਆ ਹੁੰਦਾ ਸੀ ਤੇ ਹੌਲੇ ਹੌਲੇ ਗੋਡੇ ਗਿੱਟੇ ਚਲਾ ਕੇ ਬੰਦਾ ਸਿੱਖ ਜਾਂਦਾ ਸੀ। ਜਿਵੇਂ ਇਹਨਾਂ ਦੇਸ਼ਾਂ ਵਿੱਚ ਤੁਸੀਂ ਕਾਰ ਡਰਾਈਵਿੰਗ ਪਾਸ ਕਰਦੇ ਹੋ, ਪਹਿਲੋਂ ਥਿਊਰੀ ਪੜ੍ਹੀ, ਥਿਊਰੀ ਦਾ ਟੈਸਟ ਦਿੱਤਾ, ਤਾਂ ਪਹਿਲੀ ਵਾਰੀ ਕਈ ਲੋਕ ਨਹੀਂ ਪਾਸ ਹੁੰਦੇ, ਦੂਜੀ ਤੀਜੀ ਵਾਰੀ ਪਾਸ ਹੁੰਦੇ ਨੇ। ਜਦੋਂ ਅਸੀਂ ਪ੍ਰੈਕਟੀਕਲੀ ਟੈਸਟ ਦਿੰਦੇ ਹਾਂ ਤਾਂ ਕਿੰਨੇ ਸਾਰੇ ਲੈਸਨ, 20-25 ਲੈਸਨ ਤੇ ਆਮ ਲੈਣੇ ਪੈ ਜਾਂਦੇ ਨੇ। ਫਿਰ ਵੀ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ। ਪਰ ਜਦੋਂ ਬੰਦਾ ਬਾਰ-ਬਾਰ ਪ੍ਰੈਕਟਿਸ ਕਰਦਾ ਹੈ ਨਾ, ਫਿਰ ਸਮਝ ਪੈ ਜਾਂਦੀ ਹੈ ਕਿ ਲਾਲ ਬੱਤੀ ਤੇ ਰੁਕਣਾ ਹੈ, ਹਰੀ ਤੇ ਤੁਰਨਾ ਹੈ, ਜਾਂ ਕਲਚ ਹੈ, ਬ੍ਰੇਕ ਹੈ। ਬੰਦਾ ਫਿਰ ਗੱਲਾਂ ਵੀ ਕਰੀ ਜਾਂਦਾ ਹੈ, ਗੇਅਰ ਵੀ ਲਾਈ ਜਾਂਦਾ ਹੈ, ਬ੍ਰੇਕ ਵੀ ਦਬਾਈ ਜਾਂਦਾ ਹੈ, ਕਲਚ ਵੀ ਟਾਈਮ ਨਾਲ ਦੱਬ ਲੈਂਦਾ ਹੈ, ਹਰੀ ਪੀਲੀ ਬੱਤੀਆਂ ਵੀ ਦਿਸਦੀਆਂ ਨੇ, ਗੱਲਾਂ ਵੀ ਕਰੀ ਜਾਂਦਾ, ਚਲਾਈ ਜਾਂਦਾ, ਕਿਉਂਕਿ ਹਰ ਚੀਜ਼ ਅੰਦਰ ਬਹਿ ਗਈ ਹੈ, ਪ੍ਰੈਕਟਿਸ ਹੋ ਗਈ ਹੈ। ਤਾਂ ਇਸੇ ਤਰ੍ਹਾਂ ਜਦੋਂ ਅਸੀਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਹਾਂ ਤਾਂ ਇਹ ਚੀਜ਼ਾਂ ਆਟੋਮੈਟਿਕਲੀ ਫਿਰ ਆਈ ਜਾਂਦੀਆਂ ਨੇ। ਸਦਾ ਵਾਸਤੇ ਸਾਂਝ ਬਣ ਜਾਂਦੀ ਹੈ ਸੱਚ ਦੇ ਨਾਲ। ਅੰਦਰੋਂ ਫੁਰਨੇ ਸੱਚ ਦੇ ਫੁਰਦੇ ਨੇ, ਦਇਆ ਦੇ ਫੁਰਦੇ ਨੇ, ਕਿਉਂਕਿ ਪ੍ਰਣ ਕਰ ਲਿਆ ਨਾ ਕਿ ਮੈਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੀ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਇਹ ਜੋ ਲਗਾਤਾਰ ਪ੍ਰਭੂ ਪਰਮਾਤਮਾ ਦੀ ਸਿੱਧ ਸਲਾਹ ਦੀ ਰੌਂ ਦੇ ਨਾਲ ਸਾਂਝ ਬਣ ਜਾਂਦੀ ਹੈ ਗੁਰੂ ਦੇ ਉਪਦੇਸ਼ ਰਾਹੀਂ। ਜਦੋਂ ਅਸੀਂ ਆਪਣੀ ਮੱਤ ਨੂੰ ਛੱਡ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਨਾਮ ਹਰ ਰਸ ਭੋਗੋ। ਫਿਰ ਹਰੀ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਮਿਲਾਪ ਦਾ ਫਿਰ ਆਨੰਦ ਮਾਰੀਦਾ ਹੈ। ਨਾਮ ਦਾ ਰਸ, ਮਿਲਾਪ ਦਾ ਰਸ। ਤੇ ਰੱਬ ਦਾ ਨਾਮ ਕੀ ਹੈ? ਗੁਣ। ਰੱਬ ਦਾ ਨਾਮ, ਰੱਬ ਦਾ ਹੁਕਮ। ਫਿਰ ਉਸ ਹੁਕਮ ਦਾ ਆਨੰਦ ਮਾਣੀਦਾ ਹੈ, ਗੁਣਾਂ ਦਾ ਆਨੰਦ ਮਾਣੀਦਾ ਹੈ। ਦੇਖੋ ਰੱਬ ਦਾ ਨਾਮ ਹੈ ਨਾ ਸਤਨਾਮ। ਸਤਨਾਮ ਤੇਰਾ ਪ੍ਰਭੂ, ਸੱਚ ਨਾਮ ਹੈ ਨਾ ਰੱਬ। ਤੇ ਸੱਚ ਦਾ ਆਨੰਦ ਕਦੋਂ ਮਾਣਾਂਗੇ? ਮੈਂ ਸੱਚ ਦਾ ਆਨੰਦ ਤਾਂ ਹੀ ਮਾਣਾਂਗਾ ਨਾ ਜੇ ਸੱਚ ਬੋਲਾਂਗਾ, ਸੱਚ ਸੁਣਾਂਗਾ, ਸੱਚ ਕਮਾਵਾਂਗਾ, ਸੱਚ ਦਾ ਸੰਗ੍ਰਹਿਣ ਕਰਾਂਗਾ, ਸੱਚਾ ਵਿਹਾਰ ਕਰਾਂਗਾ, ਤਾਂ ਮੈਨੂੰ ਆਨੰਦ ਆਏਗਾ ਨਾ ਕਿ ਸੱਚੇ ਵਿਹਾਰ ਦਾ, ਸੱਚੇ ਬੋਲਾਂ ਦਾ ਆਨੰਦ ਜਾਂ ਖੁਸ਼ੀ ਕੀ ਹੁੰਦੀ ਹੈ। ਤੇ ਜੇ ਮੈਂ ਝੂਠ ਬੋਲਦਾ ਰਵਾਂ ਤੇ ਸੱਚ ਦਾ ਆਨੰਦ ਤੇ ਨਹੀਂ ਨਾ ਆ ਸਕਦਾ। ਰੱਬ ਦਾ ਨਾਮ ਹੈ ਨਿਰਵੈਰ। ਹੁਣ ਨਿਰਵੈਰ ਦਾ ਆਨੰਦ ਮੈਂ ਤਾਂ ਮਾਣਾਂਗਾ ਨਾ, ਆਪਣੀ ਜ਼ਿੰਦਗੀ ਚੋਂ ਵੈਰ ਖਤਮ ਕਰਾਂਗਾ, ਮੇਰੇ ਜੀਵਨ ਵਿੱਚ ਪ੍ਰੇਮ ਪੈਦਾ ਹੋਏਗਾ, ਮੇਰੀ ਸੋਚ ਵਿੱਚ ਪ੍ਰੇਮ, ਮੇਰੇ ਬੋਲਾਂ ਵਿੱਚ ਪ੍ਰੇਮ, ਮੇਰੇ ਵਿਹਾਰ ਵਿੱਚ ਪ੍ਰੇਮ। ਜਦੋਂ ਮੈਂ ਸਮਾਜ ਦੇ ਨਾਲ ਪਿਆਰ ਵਾਲਾ ਵਿਹਾਰ ਕਰਾਂਗਾ ਤਾਂ ਪਿਆਰ ਵਾਲੇ ਵਿਹਾਰ ਦੇ ਵਿੱਚੋਂ ਜਿਹੜੀ ਖੁਸ਼ੀ ਮਿਲਣੀ ਹੈ ਤਾਂ ਹੀ ਮੈਂ ਮਾਣ ਸਕਾਂਗਾ। ਤਾਂ ਗੁਰੂ ਜੀ ਕਹਿੰਦੇ ਨੇ ਫਿਰ ਉਸ ਮਿਲਾਪ ਦਾ ਆਨੰਦ ਮਾਣੀਦਾ ਹੈ ਜਦੋਂ ਅੰਦਰ ਰੱਬੀ ਗੁਣ ਵਸ ਜਾਂਦੇ ਨੇ, ਲਗਾਤਾਰ ਇੱਕ ਰੌਂ ਬਣ ਜਾਂਦੀ ਹੈ, ਕੰਟੀਨਿਊ ਇਹਨਾਂ ਦੇ ਨਾਲ ਸੰਬੰਧ ਬਣ ਜਾਂਦਾ ਹੈ, ਪ੍ਰਭੂ ਦੇ ਗੁਣ ਅੰਦਰ ਆ ਵਸਦੇ ਨੇ, ਫਿਰ ਬੰਦਾ ਮਿਲਾਪ ਦਾ ਆਨੰਦ ਮਾਣਦਾ ਹੈ। ਇਹਨਾਂ ਗੁਣਾਂ ਨੂੰ ਵਰਤੋਂ ਵਿੱਚ ਲਿਆਉਂਦਾ ਹੈ, ਫਿਰ ਇਹਨਾਂ ਗੁਣਾਂ ਰਾਹੀਂ ਜ਼ਿੰਦਗੀ ਦੇ ਅੰਦਰ ਜੋ ਖੁਸ਼ੀ ਪੈਦਾ ਹੁੰਦੀ ਹੈ ਉਹਨੂੰ ਮਾਣਦਾ ਹੈ। ਇਹੀ ਰੱਬ ਦੇ ਮਿਲਾਪ ਦਾ ਆਨੰਦ ਹੈ। ਕਹੇ ਨਾਨਕ ਪ੍ਰਭ ਆਪ ਮਿਲਿਆ। ਗੁਰੂ ਜੀ ਕਹਿੰਦੇ ਨੇ ਰੱਬ ਆਪ ਆਣ ਕੇ ਮਿਲਿਆ ਮੈਨੂੰ, ਆਪ ਆਣ ਕੇ ਮਿਲ ਪਏ। ਜੇ ਰੱਬ ਨੂੰ ਲੱਭਣ ਤੁਰੋਗੇ ਤੇ ਰੱਬ ਨੇ ਲੱਭਣਾ ਨਹੀਂ, ਕਿਉਂਕਿ ਉਹ ਗੁਆਚਿਆ ਹੋਇਆ। ਜਿਹੜਾ ਜਰਰੇ ਜਰਰੇ ਵਿੱਚ ਸਮਾਇਆ ਹੋਇਆ, ਉਹਨੂੰ ਲੱਭਣ ਕਿੱਥੇ ਜਾਓਗੇ? ਕਿਵੇਂ ਲੱਭੋਗੇ? ਤਾਂ ਗੁਰੂ ਜੀ ਕਹਿੰਦੇ ਨੇ ਆਪ ਮਿਲਿਆ
ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਦੇ। ਗੁਰੂ ਜੀ ਕਹਿੰਦੇ ਨੇ ਕਿ ਜਿੰਦੇ ਖੁਸ਼ੀ ਦਾ ਗੀਤ ਗਾ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ। ਆਪ ਆ ਕੇ ਮਿਲ ਪਿਆ ਦਾ ਭਾਵ ਆਪ ਰੱਬ ਦੇ ਗੁਣ ਜਿਹੜੇ ਨੇ ਮੇਰੇ ਹਿਰਦੇ ਵਿੱਚ ਵਸ ਗਏ ਨੇ। ਗੁਣ ਮੇਰੇ ਹਿਰਦੇ ਵਿੱਚ ਵਸ ਗਏ, ਉਹਨਾਂ ਨੂੰ ਮੈਂ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਹੁਣ ਤੂੰ ਖੁਸ਼ੀ ਦੇ ਗੀਤ ਗਾ। ਖੁਸ਼ੀ ਦੇ ਗੀਤ ਗਾ ਦਾ ਮਤਲਬ ਆਪ ਤੂੰ ਹੁਣ ਆਨੰਦ ਮਾਣ। ਤਾਂ ਹੁਣ ਇਹ ਪੌੜੀ ਦੇ ਵਿੱਚੋਂ ਸਾਨੂੰ ਕੀ ਮਿਲ ਰਿਹਾ ਹੈ? ਮੈਂ ਦੁਬਾਰਾ ਫਿਰ ਆਪ ਦੇ ਨਾਲ ਇਹ ਚੀਜ਼ ਦੀ ਸਾਂਝ ਪਾ ਦਿਆਂ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਆਗਮ ਸੁਣਿਆ ਦਾ ਮਤਲਬ ਹੈ ਉਹਦਾ ਆਉਣਾ ਸੁਣਿਆ, ਯਾਨੀ ਮੈਂ ਉਹਦੇ ਆਉਣੇ ਨੂੰ ਮਹਿਸੂਸ ਕੀਤਾ। ਤਾਂ ਹੁਣ ਰੱਬੀ ਗੁਣਾਂ ਨੂੰ ਅੰਦਰ ਵਸਾ ਕੇ ਉਹਨਾਂ ਨੂੰ ਮਹਿਸੂਸ ਕਰਨਾ ਹੈ, ਉਹਨਾਂ ਦੇ ਉੱਤੇ ਅਮਲ ਕਰਨਾ ਹੈ। ਇਹ ਗੁਣ ਵਸਤੇ ਅੰਦਰ ਰਹਿਣ ਨਾ, ਸਾਰਿਆਂ ਦੇ ਅੰਦਰ ਵਸ ਰਿਹਾ ਹੈ ਰੱਬ। ਤਾਂ ਇਹਨਾਂ ਗੁਣਾਂ ਨੂੰ, ਸੱਚ ਨੂੰ, ਸੰਤੋਖ ਨੂੰ, ਦਇਆ ਨੂੰ, ਪ੍ਰੇਮ ਨੂੰ, ਮੁਹੱਬਤ ਨੂੰ, ਇਨਸਾਨੀਅਤ ਨੂੰ, ਨਿਰਭੈਤਾ ਨੂੰ, ਨਿਰਵੈਰਤਾ ਨੂੰ ਅੰਦਰ ਮਹਿਸੂਸ ਕਰੋ। ਵੈਸੇ ਹੀ ਬੋਲੋ, ਵੈਸਾ ਹੀ ਆਪਣਾ ਵਿਹਾਰ ਬਣਾਓ। ਤਾਂ ਜਦੋਂ ਐਸਾ ਵਿਹਾਰ ਬਣਾਓਗੇ, ਆਪਣਾ ਫਿਰ ਜਾਪੈ, ਫਿਰ ਉਹ ਦਿਸ ਪੈਂਦਾ ਹੈ। ਦਿਸਦਾ ਕਦੋਂ ਹੈ? ਜਦੋਂ ਅਸੀਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਾਂ। ਤਾਂ ਇਹਦਾ ਭਾਵ ਇਹ ਹੋਇਆ ਕਿ ਜਦੋਂ ਮਰਜੀ ਕੋਈ ਵੀ ਇਨਸਾਨ ਕਿਸੇ ਵੀ ਥਾਂ ਤੇ, ਕਿਸੇ ਵੀ ਹਾਲਾਤ ਵਿੱਚ ਗੁਰਬਾਣੀ ਮੁਤਾਬਕ ਸੋਚਣਾ, ਬੋਲਣਾ ਔਰ ਵਿਹਾਰ ਕਰਨਾ ਸ਼ੁਰੂ ਕਰ ਦੇਵੇਗਾ, ਉਸੇ ਹੀ ਸਮੇਂ ਉਹਦੀ ਜ਼ਿੰਦਗੀ ਅੰਦਰ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਪੈਦਾ ਹੋ ਜਾਏਗੀ। ਹੁਣ ਅਗਲੀ ਪੌੜੀ 35ਵੀਂ ਪੌੜੀ ਵਿੱਚ ਗੁਰੂ ਜੀ ਬਚਨ ਕਰਦੇ ਹਨ, ਇਹ ਸ਼ਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ। ਕਿ ਇਹ ਮੇਰੇ ਸ਼ਰੀਰ, ਇਸ ਜਗਤ ਵਿੱਚ ਆਣ ਕੇ ਤੂੰ ਕੀ ਕਰਮ ਕਮਾਇਆ ਹੈ? ਕੀ ਕਰਮ ਕਮਾਇਆ? ਹੁਣ ਇਹ ਸਵਾਲ ਵੀ ਹੈ ਔਰ ਇਹ ਉੱਤਰ ਵੀ ਹੈ। ਕੁਝ ਕੰਮ ਅਸੀਂ ਬੱਚਿਆਂ ਨੂੰ ਪਤਾ ਕੀ ਕਹਿੰਦੇ ਆ, ਯਾਰ ਕੀ ਕਰਦਾ ਫਿਰਨਾ, ਆਹ ਕੀ ਕਰਨ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਦਿਸ ਨਹੀਂ ਰਿਹਾ, ਦਿਸ ਤੇ ਰਿਹਾ ਤੂੰ ਕੀ ਕਰ ਰਿਹਾ। ਓਏ ਆਹ ਕੀ ਕਰਨਾ ਹੈ ਪਿਆ? ਕਾਲਖ ਮੂੰਹ ਨੂੰ ਲਾਈਏ, ਤਵੇ ਦੇ ਉੱਤੇ ਹੱਥ ਮਾਰ ਕੇ ਮੂੰਹ ਨੂੰ ਲਾਈ ਜਾਂਦਾ, ਕੀ ਕਰਨਾ ਹੈ ਪਿਆ। ਇਹਦਾ ਮਤਲਬ ਇਹ ਨਹੀਂ ਕਿ ਉਹਦੇ ਤੋਂ ਪੁੱਛਿਆ ਜਾ ਰਿਹਾ ਕੀ ਕਰ ਰਿਹਾ, ਉਹਨੂੰ ਵਰਜਿਆ ਵੀ ਜਾ ਰਿਹਾ ਹੈ ਕਿ ਇਹ ਹੋਛਾ ਕੰਮ ਕਰਨਾ ਹੈ ਪਿਆ, ਇਹ ਕਰਨ ਵਾਲਾ ਕੰਮ ਨਹੀਂ। ਕਿਉਂ ਕਰ ਰਿਹਾ ਹੈ ਇਹ ਕੰਮ? ਇਹਦਾ ਤੈਨੂੰ ਕੋਈ ਲਾਭ ਨਹੀਂ ਹੈ। ਅਸੀਂ ਕਹਿੰਦੇ ਆ ਨਾ ਵੀ ਇਹ ਕੀ ਕਰਨ ਰਿਹਾ ਤੇ ਗਲਤ ਕਰਦਾ ਹੈ, ਯਾਰ ਤੂੰ ਆਹ ਕੀ ਕਰ ਦਿੱਤਾ ਹੈ। ਦੀਵਾਰ ਗਲਤ ਬਣ ਜਾਏ, ਅਸੀਂ ਕਹਿੰਦੇ ਨਾ ਆਹ ਕੀ ਕਰ ਦਿੱਤਾ, ਮੀਨਸ ਕਿ ਗਲਤ ਕਰ ਦਿੱਤਾ ਹੈ। ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿਹੜੇ ਕੰਮ ਕਮਾਏ ਨੇ ਤੂੰ? ਉਹਨਾਂ ਕੰਮਾਂ ਦਾ ਕੋਈ ਲਾਭ ਹੈ ਜਿਹੜੇ ਕਮਾ ਰਹੇ ਹੈ? ਸੈਲਫ ਐਨਾਲਿਸਿਸ ਕਰਨਾ ਹੈ। ਮੈਂ ਆਪਣੇ ਆਪ ਤੋਂ, ਤੁਸੀਂ ਆਪਣੇ ਆਪ ਤੋਂ ਪੁੱਛਣਾ ਕਿ ਕਿਹੜੇ ਕਰਮ ਕਮਾ ਰਹੇ ਆ। ਤੀਰਥਾਂ ਤੇ ਨਹਾਉਣ ਦਾ ਕੋਈ ਲਾਭ ਹੈ? ਕਿੱਧਰ ਯਾਰ ਤੁਰਿਆ ਫਿਰਨਾ? ਵਰਤ ਰੱਖਣ ਦਾ ਕੋਈ ਲਾਭ ਹੈ? ਕੀ ਕਰਦਾ ਫਿਰਨਾ? ਆ ਬਾਬਿਆਂ ਨੂੰ ਪੂਜਣ ਦਾ ਕੋਈ ਲਾਭ ਹੈ? ਕੀ ਕਰਦਾ ਫਿਰਨਾ ਤੂੰ? ਤਿਆਗ ਕਰਨ ਦਾ ਕੋਈ ਲਾਭ ਹੈ? ਕੀ ਕਰਦਾ ਫਿਰਨਾ? ਕੀ ਕਰਮ ਕਮਾਇਆ ਤੂੰ? ਤਿਆਗ ਕਰ ਲਿਆ, ਗ੍ਰਸਤ ਛੱਡ ਕੇ ਬਾਬਾ ਬਣ ਗਿਆ ਕਿ ਬੜੀ ਵੱਡੀ ਪ੍ਰਾਪਤੀ ਕੀਤੀ। ਟੁੱਟੀ ਦਵਾਨੀ ਦਾ ਕੰਮ ਨਹੀਂ ਹੈ। ਗੁਰੂ ਜੀ ਦਾ ਪਾਵਨ ਵਚਨ ਹੈ ਨਾ ਕਿ ਨਗਨ ਫਿਰਤ ਜੋ ਪਾਈਏ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਨੰਗੇ ਫਿਰਿਆ ਰੱਬ ਮਿਲਦਾ ਹੋਏ ਤੇ ਜਾਨਵਰਾਂ ਨੂੰ ਮਿਲ ਜਾਏ। ਕਿੱਥੇ ਗਿਆ ਸਾਂ ਮੈਂ? ਤੀਰਥਾਂ ਤੇ ਨਹਾਉਣ, ਤੀਰਥ ਯਾਤਰਾ ਕਰਨ। ਕਾਹਦੇ ਲਈ? ਮੈਨੂੰ ਸ਼ਾਂਤੀ ਮਿਲੇਗੀ, ਮੈਨੂੰ ਮੁਕਤੀ ਮਿਲੇਗੀ। ਤੇ ਗੁਰੂ ਜੀ ਕਹਿੰਦੇ ਨੇ ਡੱਡੂਆਂ ਨੂੰ ਮਿਲ ਜਾਂਦੀ। ਉੱਥੇ ਵੇਖਿਆ ਨਹੀਂ ਡੱਡੂ ਮੱਛੀਆਂ ਤੀਰਥਾਂ ਵਿੱਚ? ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਤੇ ਤੂੰ ਕਿਹੜੀ ਵੱਡੀ ਕਮਾਈ ਕਰ ਰਿਹਾ ਹੈ? ਮੈਂ ਤਪ ਕਰਨਾ ਪਿਆ, ਸਰੀਰ ਨੂੰ ਕਸ਼ਟ ਦੇ ਰਿਹਾ। ਉਹ ਭਲੇ ਪੁਰਸ਼ਾ, ਜੇ ਅੱਗ ਦੀਆਂ ਧੂਮੀਆਂ ਲਾ ਕੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਮਿਲਦਾ ਹੋਵੇ ਤੇ ਲੋਕਾਂ ਦੀਆਂ ਉਹਨਾਂ ਨੂੰਹਾਂ ਧੀਆਂ ਨੂੰ ਰੱਬ ਮਿਲ ਜਾਣਾ ਚਾਹੀਦਾ ਜਿਨ੍ਹਾਂ ਤੇ ਪੈਟਰੋਲ ਪਾ ਕੇ ਅੱਗ ਲਾ ਦਿੰਦੇ। ਫਿਰ ਜਿਹੜੇ ਲੋਕਾਂ ਨੂੰ ਟਾਇਰ ਗਲਾਂ 'ਚ ਪਾ ਕੇ ਸਾੜਦੇ ਨੇ ਉਹਨਾਂ ਨੂੰ ਰੱਬ ਮਿਲ ਜਾਣਾ ਚਾਹੀਦਾ। ਤਪੱਸਿਆ ਥੋੜੀ ਹੈ ਤੇ ਸਰੀਰ ਨੂੰ ਕਸ਼ਟ ਦੇ ਰਿਹਾ। ਕਿਹੜੇ ਕਰਮ ਕਰਨਾ ਪਿਆ? ਇਹਨਾਂ ਕੰਮਾਂ ਦਾ ਲਾਭ। ਹੁਣ ਅਸੀਂ ਸੋਚੀਏ ਕਿ ਜੋ ਅਸੀਂ ਹੁਣ ਤੱਕ ਜ਼ਿੰਦਗੀ ਜੀਵੀਏ ਉਹਨਾਂ ਕੰਮਾਂ ਦਾ ਕੀ ਲਾਭ ਹੋਇਆ ਹੈ, ਕੀ ਉਹ ਕੰਮ ਲਾਭਦਾਇਕ ਸਨ।
ਕਿ ਜੈਸੀ ਸਾਡੀ ਸੋਚ ਹੈ ਉਹਦੇ ਨਾਲ ਖੁਸ਼ੀ ਪੈਦਾ ਹੋ ਸਕਦੀ ਹੈ। ਜਿਵੇਂ ਅਸੀਂ ਜਾਤੀਵਾਦ ਵਿੱਚ ਉਲਝੇ ਹਾਂ, ਦਾਜ ਦਹੇਜ ਦੀਆਂ ਲਾਹਨਤਾਂ ਨੇ, ਜਿਵੇਂ ਰਿਸ਼ਵਤਖੋਰੀ ਹੈ, ਚੋਰ ਬਜ਼ਾਰੀ ਹੈ, 2 ਨੰਬਰ ਦੇ ਧੰਦੇ ਨੇ, ਇੱਕ ਦੂਜੇ ਦੇ ਨਾਲ ਈਰਖਾ ਦਵੈਸ਼ ਹੈ, ਲੜਾਈ ਦੰਗੇ ਫਸਾਦ ਨੇ, ਕਿ ਇਹਨਾਂ ਕੰਮਾਂ ਦੇ ਨਾਲ ਖੁਸ਼ੀ ਹੋ ਸਕਦੀ ਹੈ? ਆਪਣੇ ਆਪ ਤੋਂ ਪੁੱਛਣਾ ਹਰ ਬੰਦੇ ਨੇ ਕਿ ਕੀ ਕਰਮ ਕਮਾਇਆ ਤੂੰ, ਕੈਸੇ ਕੰਮ ਕਰਦਾ ਫਿਰਨਾ? ਤੇ ਹੋਛੇ ਕੰਮ ਨੇ ਯਾਰ, ਲੜਨਾ, ਕਿਸੇ ਨਾਲ ਈਰਖਾ ਕਰਨੀ, ਗੁੱਸੇ ਦੇ ਨਾਲ ਐਵੇਂ ਲਾਲ ਪੀਲੇ ਹੋਈ ਫਿਰਨਾ, ਸਾਰਾ ਦਿਨ ਕਿਸੇ ਦੀਆਂ ਚੁਗਲੀਆਂ ਹੀ ਕਰੀ ਜਾਣਾ, ਕੰਮ ਹੈ ਕੋਈ? ਕੀ ਕਿਆ ਤੂੰ ਕਰਮ, ਇਹ ਕੋਈ ਕਰਮ ਕਮਾ ਰਿਹਾ ਹੈ? ਨੈਗੇਟਿਵ ਸੋਚ ਰਹੇ ਕਿ ਯਾਰ ਮੈਂ ਤੇ ਕੁਛ ਨਹੀਂ ਕਰ ਸਕਦਾ, ਮੇਰੀ ਤੇ ਯਾਦਦਾਸ਼ਤ ਕਮਜ਼ੋਰ ਨਹੀਂ, ਮੇਰੇ ਤੇ ਗੋਡੇ ਦੁਖਦੇ ਨੇ, ਮੇਰੇ ਤੋਂ ਤੇ ਇਹ ਨਹੀਂ ਹੁੰਦਾ, ਕਾਸ਼ ਮੇਰੀ ਮਾਂ ਨਾ ਮਰਦੀ, ਸਾਡੇ ਕੋਲ 4 ਪੈਸੇ ਹੁੰਦੇ, ਕਾਸ਼ ਮੈਨੂੰ ਪੜ੍ਹਨ ਦਾ ਸਮਾਂ ਮਿਲ ਜਾਂਦਾ। ਤਾਂ ਗੁਰੂ ਜੀ ਕਹਿ ਰਹੇ ਨੇ ਕੀ ਕਰ ਰਹੇ ਹੈ ਇਹਨਾਂ, ਐਵੇਂ ਕਰਨ ਨਾਲ ਕੁਛ ਹੋ ਜਾਏ? ਕੁਛ ਨਹੀਂ ਨਾ ਹੋਣਾ। ਉਦਮ ਕਰੇਂਦਿਆਂ ਜੀਉ ਤੂੰ, ਕਮਾਵੰਦਿਆਂ ਸੁਖ ਹੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਪਰਿ ਚਿੰਤ। ਬਦਲ ਆਪਣੀ ਜ਼ਿੰਦਗੀ ਨੂੰ, ਬਦਲ ਆਪਣੀ ਸੋਚ ਨੂੰ, ਆਪਣੇ ਕੰਮਾਂ ਨੂੰ ਵੇਖ ਕਿ ਕਿਹੜੇ ਕੰਮ ਕਰ ਰਿਹਾ ਹੈ। ਅਗਲਾ ਵਚਨ ਕਰਦੇ ਨੇ ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾਂ ਤੂੰ ਜਗ ਮੈਂ ਆਇਆ, ਕਿ ਇਹ ਮੇਰੇ ਸਰੀਰ, ਕਿਹੜਾ ਕੰਮ ਤੂੰ ਕੀਤਾ ਹੈ ਕਿ ਤੂੰ ਏਡੇ ਵੱਡੇ ਸੰਸਾਰ ਵਿੱਚ ਆਇਆ? ਕੀ ਖੱਟੀ ਖੱਟੀ ਹੈ, ਕੀ ਖੱਟੀ ਖੱਟੀ ਹੈ, ਸਮਾਜ ਨੂੰ ਕੀ ਦੇਣ ਦਿੱਤੀ ਹੈ? ਜੇ ਤੂੰ ਆਪਣਾ ਘਰ ਚਲਾਇਆ ਤੇ ਬਹੁਤ ਚੰਗਾ ਹੈ, ਇਹਦਾ ਮਤਲਬ ਇਹ ਨਹੀਂ ਕਿ ਘਰ ਬਾਰ ਨਹੀਂ ਚਲਾਉਣਾ ਬੜਾ ਚੰਗਾ ਕੰਮ ਹੈ, ਪਰ ਇਹ ਤਾਂ ਵੇਖ ਵੀ ਘਰ ਚਲਾਇਆ ਕਿਵੇਂ, ਠੱਗੀਆਂ ਤਾਂ ਨਹੀਂ ਮਾਰੀਆਂ, ਇਸ ਦਾ ਬੇਗਾਨਾ ਹੱਕ ਤੇ ਨਹੀਂ ਖਾਦਾ, ਭਰਾ ਦੀ ਪ੍ਰੋਪਰਟੀ ਤੇ ਕਬਜ਼ਾ ਤੇ ਨਹੀਂ ਕੀਤਾ। ਜੇ ਮੁੰਡਾ ਵਿਆਹਿਆ ਇੱਕ ਨੂੰਹ ਵਾਲਿਆਂ ਤੋਂ ਫਿਰ ਦਾਜ ਦਹੇਜ ਲੈ ਕੇ ਤੇ ਕੋਈ 500-700 ਬੰਦਾ ਬਰਾਤ ਲੈ ਕੇ ਉਹਨਾਂ ਦਾ ਖੂਨ ਤੇ ਨਹੀਂ ਪੀਤਾ, ਇਹ ਤੇ ਉਹਦਾ ਖੂਨ ਤੇ ਨਹੀਂ ਪੀ ਰਿਹਾ, ਜਾਂ ਘਰ ਵਾਲੀ ਹੈ ਤੇ ਉਹ ਖੂਨ ਤੇ ਨਹੀਂ ਪੀ ਰਹੀ ਪਤੀ ਦਾ, ਕਿਤੇ ਐਸੇ ਕਰਮ ਤੇ ਨਹੀਂ ਕਰ ਰਹੇ। ਕੀ ਦੇਣ ਕੀ ਹੈ ਸਮਾਜ ਨੂੰ? ਇਸ ਸਮਾਜ ਤੋਂ ਧੀਆਂ ਪੁੱਤਰ ਭੈਣ ਭਰਾ ਜ਼ਮੀਨ ਜਾਇਦਾਦ ਧਨ ਦੌਲਤ ਕਿੰਨਾ ਕੁਛ ਮਿਲਿਆ ਹੈ, ਤੇ ਮੈਂ ਸਮਾਜ ਨੂੰ ਕੀ ਦਿੱਤਾ ਹੈ? ਨਸ਼ੇ, ਈਰਖਾ, ਜਾਤੀਵਾਦ, ਮਨਮਤਾਂ। ਤਾਂ ਫਿਰ ਤਾਂ ਇਹ ਸਰੀਰ ਦਾ ਫਾਇਦਾ ਨਾ ਹੋਇਆ। ਇਸ ਲਈ ਗੁਰੂ ਜੀ ਸਾਨੂੰ ਪ੍ਰੇਰਨਾ ਦੇ ਰਹੇ ਨੇ ਵੀ ਲਾਭਦਾਇਕ ਕੰਮ ਕਰੋ, ਜਿਨ੍ਹਾਂ ਕੰਮਾਂ ਵਿੱਚ ਤੁਹਾਨੂੰ ਵੀ ਸੁੱਖ ਮਿਲੇ, ਸਮਾਜ ਨੂੰ ਵੀ ਸੁੱਖ ਮਿਲੇ, ਨਾ ਆਪ ਦੁਖੀ ਹੋਵੋ, ਨਾ ਦੂਜਿਆਂ ਨੂੰ ਦੁਖੀ ਕਰੋ, ਸਮਾਜ ਨੂੰ ਕੋਈ ਦੇਣ ਦੇ ਜਾਓ। ਜੇ ਆਏ ਹੋ ਤੇ 2 ਕੰਮ ਜ਼ਰੂਰ ਕਰ ਜਾਓ, ਜਾਂ ਤੇ ਐਸੀ ਜ਼ਿੰਦਗੀ ਜੀ ਜਾਓ ਕਿ ਲੋਕ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਬਾਰੇ ਲਿਖਦੇ ਰਹਿਣ, ਤੁਹਾਡਾ ਇਤਿਹਾਸ ਲਿਖੇ, ਤੁਹਾਡੇ ਬਾਰੇ ਲੋਕ ਲਿਖਣ, ਤੁਹਾਡੀ ਜੀਵਨੀ ਲਿਖਣ ਕਿ ਉਹ ਐਸਾ ਚੰਗਾ ਇਨਸਾਨ ਸੀ ਵੀ ਉਹਨੇ ਇੰਨੇ ਚੰਗੇ ਚੰਗੇ ਕੰਮ ਕੀਤੇ। ਜਾਂ ਤੇ ਐਸੀ ਜ਼ਿੰਦਗੀ ਜੀ ਜਾਓ ਕਿ ਲੋਕ ਲਿਖਦੇ ਰਹਿਣ, ਤੇ ਜਾਂ ਫਿਰ ਐਸਾ ਕੁਝ ਲਿਖ ਜਾਓ ਕਿ ਤੁਹਾਡੇ ਜਾਣ ਤੋਂ ਬਾਅਦ ਲੋਕ ਪੜ੍ਹਦੇ ਰਹਿਣ ਔਰ ਤੁਹਾਡੇ ਉਸ ਲਿਖਤ ਤੋਂ ਕੋਈ ਲਾਭ ਲੈ ਸਕਣ। ਕੋਈ ਇੱਕ ਕੰਮ ਕਰ ਜਾਓ, ਤੇ ਜੇ ਇਹਨਾਂ ਦੋਵਾਂ ਕੰਮਾਂ ਚੋਂ ਕੋਈ ਵੀ ਨਹੀਂ ਕੀਤਾ, ਤੇ ਸੰਸਾਰ ਵਿੱਚ ਤੇ ਬਹੁਤ ਪਾਏ ਤੇ ਬਹੁਤ ਚਲੇ ਗਏ। ਮਤਲਬ ਕਿ ਕੋਈ ਚੰਗਾ ਕੰਮ, ਕੋਛੇ ਕਰਮ ਨਾ। ਜੇ ਹੁਣ ਹਰ ਬੰਦਾ ਇਹ ਚੀਜ਼ ਸੋਚੇ ਤਾਂ ਦੇਖੋ ਇਹ ਜ਼ਿੰਦਗੀ ਤਾਂ ਸਵਰਗ ਹੋ ਸਕਦੀ ਹੈ ਭਾਈ। ਜੇ ਮੇਰੇ ਘਰ ਦੇ 4-5 ਮੈਂਬਰ ਸਾਰੇ ਸੋਚਣ ਕਿ ਮੈਂ ਜ਼ਿਆਦਾ ਨਹੀਂ ਤੇ ਆਪਣੇ ਪਰਿਵਾਰ ਵਾਸਤੇ ਕੀ ਸਹਿਯੋਗ ਪਾਇਆ ਹੈ, ਆਪਣੇ ਘਰ ਦੀ ਤਰੱਕੀ ਲਈ, ਆਪਣੇ ਘਰ ਦੇ ਸੁੱਖ ਲਈ, ਘਰ ਵਿੱਚ ਪਿਆਰ ਮੁਹੱਬਤ ਲਈ, ਹਰ ਜੀਵ ਵਿੱਚ ਰੱਬ ਨੂੰ ਵੇਖਣ ਲਈ, ਖੁਸ਼ੀਆਂ ਲਈ, ਸਕਾਰਾਤਮਕ ਸੋਚ ਲਈ ਮੈਂ ਕੀ ਕੰਮ ਕੀਤਾ। ਜੇ ਪਰਿਵਾਰਕ ਤੌਰ ਤੇ ਵੀ ਸੋਚਣ ਲੱਗ ਜਾਓ ਤਾਂ ਵੀ ਸਮਾਜ ਬਦਲ ਜਾਏ। ਤੇ ਜੇ ਸਮਾਜ ਵਾਸਤੇ ਸੋਚੀਏ ਉਹਦੇ ਵਰਗੀ ਤਾਂ ਗੱਲ ਹੀ ਨਹੀਂ ਨਾ। ਤਾਂ ਗੁਰੂ ਜੀ ਤਾਂ ਪੂਰੇ ਸੰਸਾਰ ਨੂੰ ਇੱਕ ਪਰਿਵਾਰ ਵੇਖ ਰਹੇ ਨੇ, ਔਰ ਇਹ ਸਾਨੂੰ ਸੰਦੇਸ਼ ਦੇ ਰਹੇ ਨੇ ਕਿ ਕੋਈ ਕੰਮ ਕਰੋ, ਆਪਣੇ ਆਪ ਤੋਂ ਪੁੱਛੋ, ਲੋਕਾਂ ਤੋਂ ਨਾ ਪੁੱਛਦੇ ਰਹੋ, ਲੋਕਾਂ ਨੂੰ ਨਾ ਵਹਿੰਦੇ ਰਹੋ ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾਂ ਤੂੰ ਜਗ ਮਹਿ ਆਇਆ। ਗੁਰੂ ਜੀ ਕਹਿੰਦੇ ਨੇ ਤੂੰ ਤੇ ਇੰਨਾ ਕੰਮ ਵੀ ਨਹੀਂ ਕੀਤਾ ਯਾਰ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਨਨੇ ਤੇਰੀ ਰਚਨਾ ਕੀਤੀ, ਜਿਨਨੇ ਤੈਨੂੰ ਪੈਦਾ ਕੀਤਾ, ਤੂੰ ਤੇ ਉਹਨੂੰ ਵੀ ਮਨ ਵਿੱਚ ਨਹੀਂ ਵਸਾਇਆ, ਤੂੰ ਤੇ ਉਹਨੂੰ ਵੀ ਮਨ ਵਿੱਚ ਨਹੀਂ ਵਸਾਇਆ। ਅਸੀਂ ਕਹਿੰਦੇ ਆ ਨਾ ਕਿ ਜਿਹੜਾ ਕਿਸੇ ਦੀ ਕੀਤੀ ਨੂੰ ਨਹੀਂ ਜਾਣਦਾ ਉਹ ਅਕਿਰਤ ਕਣ ਹੈ।
ਤੇ ਅਕਿਰਤ ਕਣ ਦੁਨੀਆ ਦਾ ਸਭ ਤੋਂ ਮੰਦਾ ਬੰਦਾ ਹੁੰਦਾ ਹੈ। ਭਾਈ ਗੁਰਦਾਸ ਜੀ ਦਾ ਪਾਵਨ ਬਚਨ ਨਾ, ਭਾਰੇ ਪੋਏ ਅਕਿਰਤ ਕਣ ਮੰਦੀ ਹੂੰ ਮੰਦੇ, ਕਿ ਅਕਿਰਤ ਕਣ ਜਿਹੜਾ ਬੰਦਾ ਹੈ ਨਾ, ਉਹ ਦੁਨੀਆ ਦਾ ਸਭ ਤੋਂ ਮੰਦਾ ਇਨਸਾਨ ਹੈ, ਮਾੜਾ ਬੰਦਾ ਹੈ। ਤੇ ਅਕਿਰਤ ਕਣ ਕਹਿੰਦੇ ਨੇ ਜੋ ਕਿਸੇ ਦੀ ਕੀਤੀ ਨੂੰ ਨਾ ਜਾਣੇ। ਅਸੀਂ ਕੋਈ ਛੋਟਾ ਜਿਹਾ ਕਿਸੇ ਦਾ ਫਾਇਦਾ ਕੀਤਾ ਹੋਏ ਨਾ, ਕਿਸੇ ਬੰਦੇ ਨੂੰ ਸਪਾਂਸਰ ਦੇ ਕੇ ਮੰਗਾਇਆ ਹੋਵੇ, ਤੇ ਜੇ ਸਾਡੀ ਕਿਸੇ ਗਲਤੀ ਕਰਕੇ ਜਾਂ ਆਪਣੀ ਕਿਸੇ ਗਲਤੀ ਕਰਕੇ ਉਹ ਮਿਲਣਾ ਵਰਤਣਾ ਛੱਡ ਜਾਏ, ਤੇ ਸਾਰੀ ਜ਼ਿੰਦਗੀ ਅਸੀਂ ਮਿੱਟੀ ਪਲੀਤ ਕਰਦੇ ਹਾਂ। ਅੱਜ ਉਹ ਬਣਿਆ ਫਿਰਦਾ ਸ਼ਾਹੂਕਾਰ, ਰੁਲਦਾ ਹੁੰਦਾ ਸੀ, ਮੈਂ ਸਪਾਂਸਰ ਦੇ ਕੇ ਇੱਥੇ ਮੰਗਾਇਆ, ਕੀਤੀ ਨੂੰ ਜਾਣਦਾ, ਉਹ ਤੇ ਬੰਦਾ ਕਿਰਤਕਾਨ ਹੈ। ਅਸੀਂ ਕਹਿੰਦੇ ਹਾਂ ਕਿਉਂਕਿ ਉਹਨੇ ਸਾਡੀ ਗੱਲ ਨਹੀਂ ਮੰਨੀ, ਜਾਂ ਸਾਡੇ ਉਹਨੇ ਧੰਨਵਾਦ ਨਹੀਂ ਕੀਤਾ, ਜਾਂ ਉਸਨੇ ਸਾਡੇ ਚੰਗੇ ਕੰਮ ਦਾ ਨਤੀਜਾ ਜਿਹੜਾ ਹੈ ਬੁਰੇ ਰੂਪ ਵਿੱਚ ਦਿੱਤਾ। ਜਿਹੜਾ ਕਿਸੇ ਦੀ ਕੀਤੀ ਨੂੰ ਨਹੀਂ ਜਾਣਦਾ, ਉਹਨੂੰ ਅਸੀਂ ਅਕਿਰਤ ਕਹਿੰਦੇ। ਤੇ ਦੇਖੋ, ਰੱਬ ਨੇ ਏਡਾ ਵੱਡਾ ਸੰਸਾਰ ਰਚਿਆ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਭੈਣ ਭਰਾ, ਧੀਆਂ ਪੁੱਤਰ, ਸਰੀਰ, ਦਿਮਾਗ, ਅੱਖਾਂ, ਇੰਨੀਆਂ ਸਾਰੀਆਂ ਫਸਲਾਂ ਜਾਂ ਫਲ ਫੁੱਲ, ਨਦੀਆਂ, ਨਾਲੇ, ਦਰਿਆ, ਝੀਲਾਂ, ਇੰਨਾ ਕੁਛ ਪੈਦਾ ਕੀਤਾ। ਉਹਨੇ ਇੱਕ ਸਿਸਟਮ ਪੈਦਾ ਕੀਤਾ, ਰਜਾ। ਹਾਂ, ਤੇ ਅਸੀਂ ਤਾਂ ਉਹਦੀ ਰਜਾ ਨੂੰ ਵੀ ਨਹੀਂ ਮੰਨਿਆ। ਜਿਸ ਸਿਸਟਮ ਦੇ ਅੰਦਰ ਸਾਨੂੰ ਸੁੱਖ ਮਿਲਣਾ ਸੀ, ਅਸੀਂ ਤੇ ਉਹਨੂੰ ਵੀ ਨਹੀਂ ਮੰਨਿਆ। ਜਿਹੜੀ ਧਰਤੀ ਦੇ ਵਿੱਚੋਂ ਸਾਨੂੰ ਖਣਿਜ ਪਦਾਰਥ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਫਸਲਾਂ, ਅੰਨ ਜਲ ਮਿਲ ਰਿਹਾ ਸੀ, ਤੇ ਉਸ ਧਰਤੀ ਤੇ ਵੀ ਗੰਦਗੀ ਪਾ ਰਹੇ ਹਾਂ। ਕੇਲਾ ਖਾਦਾ ਤੇ ਉਹ ਮਾਰਿਆ ਭੁਆ ਕੇ ਛਿੱਲੜ। ਅਸੀਂ ਤੇ ਧਰਤੀ ਤੇ ਵੀ ਗੰਦਗੀ ਪਾ ਰਹੇ। ਜਿਹੜੀ ਹਵਾ ਨੇ ਸਾਨੂੰ ਜੀਵਨ ਦੇਣਾ ਹੈ, ਜਿਹਦੇ ਤੋਂ ਬਿਨਾਂ ਇੱਕ ਪਲ ਵੀ ਅਸੀਂ ਨਹੀਂ ਰਹੇ, ਅਸੀਂ ਉਹ ਹਵਾ ਦੇ ਵਿੱਚ ਵੀ ਪੋਲੂਸ਼ਨ ਫੈਲਾ ਦਿੱਤਾ। ਜਿਹੜਾ ਪਾਣੀ ਪਿਤਾ ਜਗਤ ਦਾ, ਜਿਸ ਪਾਣੀ ਤੋਂ ਸਾਨੂੰ ਜ਼ਿੰਦਗੀ ਮਿਲਣੀ ਸੀ, ਅਸੀਂ ਤੇ ਉਹ ਪਾਣੀ ਦੀ ਸੰਭਾਲ ਨਹੀਂ ਕਰ ਰਹੇ। ਟੂਟੀ ਚੱਲ ਰਹੀ ਹੈ ਤੇ ਚੱਲੀ ਜਾ ਰਹੀ ਹੈ। ਅਸੀਂ ਉਸ ਪਾਣੀ ਦੇ ਵਿੱਚ, ਦਰਿਆਵਾਂ ਦੇ ਵਿੱਚ ਫੈਕਟਰੀਆਂ ਦਾ ਕੈਮੀਕਲ ਵਾਲਾ ਗੰਦਾ ਪਾਣੀ ਸੁੱਟ। ਜਿਸ ਮਾਂ-ਬਾਪ ਨੇ ਜਨਮ ਦਿੱਤਾ ਸੀ, ਤੇ ਉਸ ਮਾਂ-ਬਾਪ ਦੀ ਕਦਰ ਨਹੀਂ ਕੀਤੀ। ਭੈਣਾਂ ਭਰਾਵਾਂ ਨਾਲ ਭੈਣਾਂ ਭਰਾਵਾਂ ਤਰ੍ਹਾਂ ਨਹੀਂ ਵਰਤਿਆ। ਸਮਾਜ ਦੇ ਨਾਲ ਅਸੀਂ, ਰਿਸ਼ਤੇਦਾਰਾਂ ਨਾਲ ਆਪਣੇ ਫਰਜ਼ ਨਹੀਂ ਪੂਰੇ ਕੀਤੇ। ਤੇ ਅਸੀਂ ਤੇ ਰੱਬ ਦੀ ਕੀਤੀ ਨੂੰ ਵੀ ਨਹੀਂ ਜਾਣਿਆ। ਰੱਬ ਦੀ ਜੋਤ ਸੀ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤੇ ਅਸੀਂ ਤੇ ਉਹਦੀ ਜੋਤ ਨੂੰ ਵੀ ਦੂਜਿਆਂ ਵਿੱਚ ਨਹੀਂ ਵੇਖਿਆ। ਸਾਹਮਣੇ ਵਾਲੇ ਦੇ ਵਿੱਚ ਰੱਬ ਵਸਦਾ, ਇਸ ਤੇ ਲੱਤਾਂ ਭੰਨੀਆਂ ਨੇ ਰੱਬ ਦੀਆਂ, ਅਸੀਂ ਤੇ ਪੱਗਾਂ ਲਾ ਰਹੇ ਹਾਂ। ਗੁਰੂ ਨੇ ਸਾਡੇ ਵਾਸਤੇ ਤੱਤੀਆਂ ਤਵੀਆਂ ਤੇ ਬਹਿਣਾ ਕੀਤਾ, ਚਾਂਦਨੀ ਚੌਕ ਵਿੱਚ ਸ਼ੀਸ਼ ਲੁਹਾਇਆ, ਆਪਣੇ ਬੱਚੇ ਵਾਰ ਦਿੱਤੇ, ਆਪਣੇ ਸੀਨੇ ਵਿੱਚ ਵੀ ਚੁਰਾ ਖਾਧਾ। ਤੇ ਅਸੀਂ ਤੇ ਉਸ ਗੁਰੂ ਨੂੰ ਛੱਡ ਕੇ ਬਾਬਿਆਂ ਨੂੰ ਮੱਥੇ ਟੇਕਦੇ ਫਿਰਦੇ ਹਾਂ। ਸਾਨੂੰ ਗੁਰੂ ਜੀ ਕਹਿ ਕੇ ਨਾ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਬਿਆਂ ਕੋਲ, ਜੋਤਸ਼ੀਆਂ ਕੋਲ, ਡੇਰੇ ਤੇ, ਮੜੀਆਂ ਮਸਾਣਾਂ ਤੇ ਭਲਾ ਕਿਵੇਂ ਹੋਏਗਾ? ਖੁਸ਼ੀ ਕਿਵੇਂ ਮਿਲੇਗੀ? ਆਨੰਦ ਕਿਵੇਂ ਮਿਲੇਗਾ? ਇਹ ਚੀਜ਼ਾਂ ਆਪਣੇ ਆਪ ਤੋਂ ਪੁੱਛਣੀਆਂ ਨੇ। ਮੈਂ ਆਪਣੇ ਤੋਂ, ਤੁਸੀਂ ਆਪਣੇ ਤੋਂ, ਹੋਰ ਲੋਕਾਂ ਨੇ ਆਪਣੇ ਤੋਂ। ਕਿ ਮੇਰੇ ਸਰੀਰ ਤੋਂ ਇਸ ਦੁਨੀਆ ਵਿੱਚ ਆਏ ਹੈ, ਤੇ ਆ ਕੇ ਕੀਤਾ ਕੀ ਹੈ? ਇਸ ਸਰੀਰ ਦੇ ਹੁੰਦਿਆਂ ਬੜਾ ਕੁਝ ਕਰ ਸਕਦਾ ਸੀ। ਦੇਖੋ, ਹੁਣ ਵੀ ਕਰ ਸਕਦੇ ਹਾਂ। ਅਸੀਂ ਆ ਕਲਾਸ ਲਗਾ ਰਹੇ ਹਾਂ ਨਾ, ਤਾਂ ਇਸ ਕਲਾਸ ਦੇ ਵਿੱਚ ਮੈਂ ਤੁਹਾਡੇ ਨਾਲ ਕਾਫੀ ਕੁਝ ਗੁਣਾਂ ਦੀ ਸਾਂਝ ਪਾ ਸਕਣਾ, ਜਿੰਨਾ ਕੁ ਮੇਰੇ ਕੋਲ ਪਤਾ ਹੈ ਬਾਣੀ ਦਾ ਮੈਨੂੰ। ਇਸੇ ਤਰ੍ਹਾਂ ਤੁਸੀਂ ਅੱਗੇ ਪਾ ਸਕਦੇ ਹੋ। ਜਿਹੜੀ ਕੋਈ ਭੈਣ ਲੰਗਰ ਪਾਣੀ ਪ੍ਰਸ਼ਾਦਾ ਚੰਗਾ ਬਣਾਉਣਾ ਜਾਣਦੀ ਹੈ, ਉਹ ਫ੍ਰੀ ਕਲਾਸਾਂ ਲਗਾ ਕੇ ਲੰਗਰ ਪਾਣੀ ਬਣਾਉਣਾ ਸਿਖਾ ਦੇਵੇ। ਜ਼ਿਆਦਾ ਨਹੀਂ ਤਾਂ ਇੰਨਾ। ਜੇ ਕੋਈ ਕੱਪੜੇ ਸੀਣਾ ਜਾਣਦੀ ਹੈ ਭੈਣ, ਤੇ ਉੱਥੇ ਫ੍ਰੀ ਕਲਾਸ ਲਗਾ ਕੇ ਕੱਪੜੇ ਸੀਣਾ ਸਿਖਾ ਦਿਓ ਕਿਸੇ ਨੂੰ। ਜੇ ਕੋਈ ਕੰਪਿਊਟਰ ਬਾਰੇ ਜਾਣਦਾ ਹੈ, ਕੰਪਿਊਟਰ ਸਿਖਾ ਦਿਓ ਪੂਰਾ। ਇੰਗਲਿਸ਼ ਜਾਣਦਾ ਹੈ ਤਾਂ ਥੋੜੀ ਇੰਗਲਿਸ਼ ਦੀ ਕਲਾਸ ਲਾ ਕੇ ਸਾਡੇ ਵਰਗਿਆਂ ਨੂੰ ਕੋਈ 2-4 ਲਫ਼ਜ਼ ਇੰਗਲਿਸ਼ ਤੇ ਸਿਖਾ ਦਿਓ। ਇਹ ਤੇ ਕਰ ਸਕਨੇ ਆ ਨਾ। ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦੇ ਦਿਓ। ਜ਼ਿਆਦਾ ਨਹੀਂ ਕਰ ਸਕਦੇ ਤਾਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲ ਲਿਆ ਕਰੋ। ਇਹਨਾਂ ਤੇ ਕੰਮ ਕਰ ਲਓ। ਆਪਣੇ ਪੋਤਰੀਆਂ ਪੁੱਤਾਂ ਨੂੰ ਪੰਜਾਬੀ ਸਿਖਾ ਦਿਓ। ਤੇ ਜੇ ਇਹਨਾਂ ਵੀ ਨਾ ਕਰੋ, ਤੇ ਫਿਰ ਕੋ ਰਾਜ ਕਰੇਗਾ ਖਾਲਸਾ, ਪੰਥ ਦੀ ਚੜ੍ਹਦੀ ਕਲਾ ਨਹੀਂ ਹੁੰਦੀ। ਤੇ ਇਹ ਤੇ ਸੋਚੀਏ ਵੀ ਕਰ ਕੀ ਰਹੇ ਆ ਯਾਰ। ਇਹਨਾਂ ਤੇ ਕਰ ਸਕਦੇ ਆ। ਆਪਣੇ ਬੱਚਿਆਂ ਨਾਲ ਪੰਜਾਬੀ ਤਾਂ ਘਰ ਵਿੱਚ ਬੋਲ ਸਕਦੇ ਆ ਕਿ ਨਹੀਂ? ਜੇ ਇਹਨਾਂ ਵੀ ਨਾ ਕਰੀਏ, ਇਹਨਾਂ ਤੇ ਮਾਤ ਭਾਸ਼ਾ ਲਈ ਕਰ ਲਓ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਨਨੇ ਤੇਰੀ ਰਚਨਾ ਕੀਤੀ, ਜਿਨਨੇ ਤੈਨੂੰ ਇੰਨਾ ਕੁਛ ਦਿੱਤਾ, ਤੂੰ ਤੇ ਉਹਦੇ ਗੁਣਾਂ ਨੂੰ ਵੀ ਆਪਣੇ ਮਨ ਵਿੱਚ ਨਹੀਂ ਵਸਾਇਆ।
ਉਹਦੇ ਸਿਸਟਮ ਨੂੰ, ਉਹਦੀ ਰਜ਼ਾ ਨੂੰ, ਭਾਣੇ ਨੂੰ, ਫਿਰ ਤੇਰਾ ਇਸ ਦੁਨੀਆ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ। ਤਾਂ ਹੁਣ ਸਵਾਲ ਪੈਦਾ ਹੋਏਗਾ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਰੱਬ ਵਸਿਆ ਹੈ, ਜਾਂ ਰੱਬ ਕਿਵੇਂ ਵਸੇ, ਵਸਦਾ ਕਿਵੇਂ ਹੈ, ਸਿਸਟਮ ਦੇ ਨਾਲ ਅਸੀਂ ਕਿਵੇਂ ਜੁੜ ਸਕਦੇ ਹਾਂ, ਉਹਦੇ ਵਾਸਤੇ ਨਿਯਮ ਕੀ ਹੈ? ਤਾਂ ਗੁਰ ਪ੍ਰਸਾਦੀ ਹਰ ਮਨ ਵਸਿਆ। ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਵਸਣਾ ਸੀ। ਗੁਰੂ ਦੀ ਕਿਰਪਾ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਲਈ, ਉਹਨਾਂ ਦੇ ਮਨ ਦੇ ਵਿੱਚ ਰੱਬ ਵਸ ਗਿਆ, ਉਹਨਾਂ ਦੇ ਮਨ ਵਿੱਚ ਗੁਣ ਵਸ ਗਏ। ਜਿਨ੍ਹਾਂ ਨੇ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ। ਪਰ ਸਾਡੀ ਇੱਥੇ ਫਿਰ ਪ੍ਰੋਬਲਮ ਹੈ, ਅਸੀਂ ਕਹਿੰਦੇ ਹਾਂ ਸਾਡੇ ਤੇ ਗੁਰੂ ਨੇ ਕਿਰਪਾ ਨਹੀਂ ਕੀਤੀ ਤਾਂ ਨਹੀਂ ਵਸਿਆ। ਅਸੀਂ ਤੇ ਗੁਰੂ ਨੂੰ ਦੋਸ਼ ਦੇ ਦਿਆਂਗੇ, ਰੱਬ ਨੂੰ ਦੋਸ਼ ਦੇ ਦਿਆਂਗੇ, ਉਹਨੇ ਕਿਰਪਾ ਨਹੀਂ ਕੀਤੀ। ਵੀ ਕਿਰਪਾ ਅਸੀਂ ਪਾਈ ਹੀ ਨਹੀਂ। ਇੱਕ ਬੰਦਾ ਨਾ ਆਪਣੀ ਛੋਟੀ ਬੱਚੀ ਨੂੰ ਲੈ ਕੇ ਜਾ ਰਿਹਾ ਸੀ, ਬਰਸਾਤ ਪੈਣੀ ਸ਼ੁਰੂ ਹੋ ਗਈ, ਛਤਰੀ ਉਹਨੇ ਤਾਣੀ ਸੀ, ਬਰਸਾਤ ਜ਼ਿਆਦਾ ਹੀ ਆ ਗਈ। ਲੋਕ ਇੱਕ ਬਰਾਂਡੇ ਵਿੱਚ ਖਲੋਤੇ ਸਨ ਤੇ ਇਹ ਬੰਦਾ ਆਪਣੀ ਨਿੱਕੀ ਜਿਹੀ ਬੱਚੀ ਨੂੰ ਲੈ ਕੇ ਤੇ ਤੁਰਿਆ ਜਾ ਰਿਹਾ ਸੀ, ਤੇ ਬਰਸਾਤ ਪੈ ਰਹੀ ਸੀ ਤੇ ਬੱਚੀ ਛਾਤਰੀ ਚੋਂ ਬਾਹਰ ਹੱਥ ਕਰਕੇ ਨਾ ਏਦਾਂ ਤੇ ਹੱਥ ਪਵਾਉਂਦੀ ਸੀ, ਹੱਥ ਦੇ ਉੱਤੇ ਮੀਂਹ ਤੇ ਉਹਨਾਂ ਨੂੰ ਮੂੰਹ ਚ ਪਾ ਰਹੀ ਸੀ, ਕਣੀਆਂ ਨੂੰ ਬਾਹਰ ਹੱਥ ਕਰ ਕਰਕੇ ਆਨੰਦ ਮਾਣ ਰਹੀ ਸੀ। ਇਹ ਬੰਦਾ ਬਰਾਂਡੇ ਵਿੱਚ ਖੜਾ ਹੋ ਗਿਆ ਤੇ ਇਹ ਬੱਚੀ ਬਾਹਰ ਜਾਣਾ ਚਾਹੁੰਦੀ, ਬਰਸਾਤ ਦਾ ਆਨੰਦ ਮਾਣਨਾ ਚਾਹੁੰਦੀ। ਬਰਸਾਤ ਬੰਦ ਹੋ ਗਈ ਤੇ ਫਿਰ ਪੁੱਛਦੀ, ਪਾਪਾ ਬਰਸਾਤ ਕਦੋਂ ਪਊਗੀ? ਹੁਣ ਦੇਖੋ ਬਰਸਾਤ ਬਾਹਰ ਪੈ ਰਹੀ ਹੈ, ਪਰ ਬੰਦਾ ਛਤਰੀ ਤਾਣੀ ਖੜਾ ਹੈ, ਬੰਦਾ ਬਰਾਂਡੇ ਵਿੱਚ ਖੜਾ ਹੈ, ਪਰ ਇਹ ਨਿੱਕੀ ਬੱਚੀ ਬਾਹਰ ਹੱਥ ਕਰਦੀ ਤੇ ਬਰਸਾਤ ਦਾ ਆਨੰਦ ਲੈ। ਹੁਣ ਦੋ ਗੱਲਾਂ ਨੇ, ਬਰਸਾਤ ਪੈਂਦਿਆਂ ਇੱਕ ਤੇ ਹੱਥ ਇੰਜ ਕਰ ਲੈਂਦਾ, ਦੂਜਾ ਹੱਥ ਇੰਜ ਕਰ ਲੈਂਦਾ। ਬਰਸਾਤ ਪੈ ਰਹੀ ਹੈ, ਪਰ ਦੂਜੇ ਨੇ ਹੱਥ ਇੰਜ ਕਰ ਲਿਆ ਹੈ ਕਿ ਉਹ ਬਰਸਾਤ ਦਾ ਪਾਣੀ ਲੈਣਾ ਹੀ ਨਹੀਂ ਚਾਹੁੰਦਾ। ਹੱਥ ਇੰਜ ਕਰਨ ਦੀ ਲੋੜ ਸੀ। ਗੁਰੂ ਦੀ ਪਾਵਨ ਬਾਣੀ ਦੀ ਬਰਸਾਤ ਤਾਂ ਸਾਰਿਆਂ ਤੇ ਹੋ ਰਹੀ ਹੈ। ਜਦੋਂ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ, ਹੁਕਮ ਰਜ਼ਾਈ ਚੱਲਣਾ, ਤਾਂ ਬਰਸਾਤ ਤਾਂ ਹੋ ਗਈ ਕਿ ਹੁਕਮ ਵਿੱਚ ਤੁਰੋ, ਰਜ਼ਾ ਵਿੱਚ ਤੁਰੋ। ਪਰ ਅਸੀਂ ਹੱਥ ਇੰਜ ਕਰ ਲਿਆ ਵੀ ਨਾ, ਅਸੀਂ ਗੁਰੂ ਦੇ ਹੁਕਮ ਚ ਨਹੀਂ ਤੁਰਨਾ, ਰੱਬ ਦੀ ਰਜ਼ਾ ਚ ਨਹੀਂ, ਅਸੀਂ ਤੇ ਬਾਬੇ ਤੋਂ ਜਲ ਲਿਆਉਣਾ, ਬਾਬੇ ਦੇ ਜਲ ਦੇ ਉੱਤੇ ਅਮਲ ਕਰਨਾ। ਪ੍ਰੋਬਲਮ ਕ੍ਰੀਏਟ ਹੋ ਗਈ ਨਾ। ਤਾਂ ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਵਸਦਾ ਹੈ। ਪੂਰਬ ਲਿਖਿਆ ਪਾਇਆ, ਪੂਰਬ ਲਿਖੇ ਲੇਖ ਪਾਏ ਨੇ। ਹੁਣ ਪੂਰਬ ਲਿਖਿਆ ਕੀ ਹੈ? ਅਸੀਂ ਸਮਝਦੇ ਹਾਂ ਸਾਡੇ ਮੱਥੇ ਤੇ ਲੇਖ ਲਿਖੇ ਨੇ। ਇਹਦਾ ਮਤਲਬ ਸਾਡੇ ਮੱਥੇ ਤੇ ਲੇਖ ਨਹੀਂ ਲਿਖੇ ਤਾਂ ਅਸੀਂ ਨਹੀਂ ਪਾਇਆ। ਪੂਰਬ ਲਿਖਿਆ ਕੀ ਹੈ? ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜਦੋਂ ਤੂੰ ਇਸ ਸ੍ਰਿਸ਼ਟੀ ਪੈਦਾ ਹੋਈ ਹੈ, ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇਹ ਨੇਮ ਤੁਰਿਆ ਆਉਂਦਾ ਹੈ ਕਿ ਜੋ ਹੁਕਮ ਦੇ ਅੰਦਰ ਤੁਰੇਗਾ ਉਹ ਹੀ ਸੁਖ ਪਾਏਗਾ। ਹੁਕਮ ਵਿੱਚ ਤੁਰਨਾ, ਇਹ ਤਾਂ ਨੇਮ ਸ਼ੁਰੂ ਤੋਂ ਤੁਰਿਆ ਆ ਰਿਹਾ। ਤਾਂ ਯਾਨੀ ਰੱਬੀ ਹੁਕਮ ਅਨੁਸਾਰ ਗੁਰੂ ਦੀ ਕਿਰਪਾ ਦੇ ਨਾਲ ਰੱਬ ਮਨ ਦੇ ਅੰਦਰ ਵਸ ਜਾਂਦਾ ਹੈ। ਜੋ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹਦੇ ਮਨ ਵਿੱਚ ਰੱਬ ਵਸ ਜਾਂਦਾ ਹੈ। ਇਹ ਨਿਯਮ ਹੈ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਦਾ ਇਹ ਸਰੀਰ ਪ੍ਰਵਾਨ ਹੋ ਗਿਆ। ਮੀਨਸ ਕਿ ਉਹਦਾ ਇਸ ਸੰਸਾਰ ਤੇ ਆਉਣਾ ਮੁਬਾਰਕ ਹੈ, ਸਫਲਾ ਹੈ। ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ੍ਹਾਂ ਨੇ ਆਪਣਾ ਚਿੱਤ ਗੁਰੂ ਨਾਲ ਲਾ, ਜਿਨ੍ਹਾਂ ਨੇ ਗੁਰੂ ਦੀ ਵਿਚਾਰਧਾਰਾ ਨਾਲ, ਗੁਰੂ ਦੀ ਫਿਲਾਸਫੀ ਨਾਲ, ਗੁਰੂ ਦੇ ਦਿੱਤੇ ਵੇ ਆਫ ਲਾਈਫ ਦੇ ਨਾਲ ਚਿੱਤ ਲਾ ਲਿਆ। ਯਾਨੀ ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ, ਉਹਨਾਂ ਦਾ ਇਹ ਸਰੀਰ ਪ੍ਰਵਾਨ ਹੋ ਗਿਆ, ਉਹਨਾਂ ਦਾ ਇਹ ਸਰੀਰ ਸਫਲਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਆਨੰਦ ਪੈਦਾ ਹੋ ਗਿਆ, ਉਹਨਾਂ ਦਾ ਆਉਣਾ ਮੁਬਾਰਕ ਹੈ ਇਸ ਦੁਨੀਆ ਵਿੱਚ। ਤਾਂ ਦੇਖੋ ਕਿੰਨੀ ਸਿੰਪਲ, ਕਿੰਨੀ ਸੌਖੀ ਗੱਲ ਹੈ ਕਿ ਅਸੀਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੈ ਤੇ ਰੱਬ ਵਰਗੇ ਹੋ ਜਾਣਾ ਹੈ। ਮਨ, ਬਚਨ ਔਰ ਕਰਮ ਕਰਕੇ, ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਕੰਨ, ਅੱਖਾਂ, ਜ਼ਬਾਨ, ਹੱਥ, ਪੈਰ ਤੇ ਸਾਡਾ ਮਨ 6 ਕੰਮ ਕਰਨੇ ਨੇ ਨਾ, ਗੁਰਬਾਣੀ ਅਨੁਸਾਰ ਕਰ ਲਓ, ਰੱਬ ਵਰਗੇ ਹੋ ਜਾਓਗੇ, ਜ਼ਿੰਦਗੀ ਵਿੱਚ ਆਨੰਦ ਪੈਦਾ ਹੋ ਜਾਏਗਾ, ਇਹ ਸਰੀਰ ਮੁਬਾਰਕ ਹੋ ਜਾਏਗਾ, ਇਹ ਸਰੀਰ ਦਾ ਲਾਭ ਹੋਏਗਾ, ਇਹ ਸਰੀਰ ਸਫਲਾ ਹੋਏਗਾ। ਇਹ ਸਰੀਰ ਰਾਹੀਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਮਾਣ ਲਵੋਗੇ। ਤਾਂ ਅੱਜ 35 ਪੌੜੀਆਂ ਤੱਕ ਵਿਚਾਰ ਹੋ ਗਈ ਹੈ।
ਤਾਂ ਅੱਜ ਦੀਆਂ ਜੋ 2 ਪੌੜੀਆਂ ਨੇ ਜੋ ਅਸਾਂ ਵਿਚਾਰ ਕੀਤੀ ਹੈ, ਇਸ ਵਿੱਚ ਆਪ ਵੀਰ ਭੈਣ ਦਾ ਕੋਈ ਸਵਾਲ ਹੋਵੇ ਇਹਨਾਂ ਪੌੜੀਆਂ ਵਿੱਚੋਂ ਤਾਂ ਆਪ ਉਹ ਸਵਾਲ ਕਰ ਸਕਦੇ ਹੋ। ਤੁਹਾਡਾ ਆਪਣਾ ਕੋਈ ਵਿਊ ਹੋਵੇ, ਵਿਚਾਰ ਹੋਵੇ, ਉਹ ਦੇ ਸਕਦੇ ਹੋ। ਤੇ ਬਹੁਤ ਸੌਖਾ ਤਰੀਕਾ ਹੈ ਆਨੰਦ ਮਾਣਨ ਦਾ, ਖੁਸ਼ੀਆਂ ਪਾਉਣ ਦਾ। ਜ਼ਰੂਰਤ ਤਾਂ ਕੇਵਲ ਬਾਣੀ ਨੂੰ ਪੜ੍ਹ ਕੇ ਬਾਣੀ ਤੇ ਅਮਲ ਕਰਨ ਦੀ ਹੈ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਜੇ ਤੁਹਾਡੇ ਕੋਈ ਵਿਚਾਰ ਨੇ ਜਾਂ ਕੋਈ ਸਵਾਲ ਹੈ ਤਾਂ ਉਹ ਆਪ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ, ਬਹੁਤ ਬਹੁਤ। ਤੇ ਜਿੱਦਾਂ ਆਪ ਜੀ ਨੇ ਸੁਣੀ ਲਿਆ ਗਿਆਨੀ ਜੀ ਦੇ ਕੋਲੋਂ, ਤੇ ਅੱਜ ਦੀ ਕਥਾ ਜਿਹੜੀ ਸੀ 34 ਤੇ 35 ਪੌੜੀ ਜਿਹੜੀ ਹੈਗੀ ਆ ਉਹ ਸਾਰਿਆਂ ਨੇ ਸਰਵਣ ਕੀਤੀ ਆ। ਉਹਦੇ ਵਿੱਚੋਂ ਕਿਸੇ ਨੇ ਵੀ ਆਪਣੇ ਕੋਈ ਵਿਚਾਰ ਦੇਣੇ ਉਹ ਵੀ ਅਨਮਿਊਟ ਹੋ ਜਾਵੇ, ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਉਹ ਵੀ ਅਨਮਿਊਟ ਹੋ ਜਾਵੇ, ਜੇ ਕੋਈ ਹੋਰ ਵੀ ਧਾਰਮਿਕ ਕੁਐਸਚਨ ਤੁਸੀਂ ਪੁੱਛਣਾ ਉਹ ਪੁੱਛ ਸਕਦੇ ਆ। ਤੇ ਸਾਡੇ ਨਾਲ ਕੁਲਦੀਪ ਕੌਰ ਜੀ ਅਨਮਿਊਟ ਹੋਏ ਆ, ਹੋਰ ਵੀ ਕਿਸੇ ਨੇ ਹੋਣਾ ਤਾਂ ਉਹ ਵੀ ਹੋ ਜਾਣ, ਉਹ ਤੋਂ ਬਾਅਦ ਉਹਨਾਂ ਦਾ ਲੈ ਕੁਲਦੀਪ ਕੌਰ ਜੀ। ਗਿਆਨੀ ਜੀ, ਹਾਂਜੀ ਭੈਣ। ਮੈਂ ਇਹ ਪੁੱਛਣਾ ਸੀ ਕਿ ਜਿਹੜੇ ਆਪਾਂ ਯੋਗੀਆਂ ਦੀ ਗੱਲ ਕਰਦੇ ਆ, ਹਾਂਜੀ, ਇਹ ਪੁਰਾਤਨ ਸਮੇਂ 'ਚ ਹੀ ਹੁੰਦੇ ਸੀ ਕਿ ਅੱਜ ਕੱਲ ਵੀ ਹੈਗੇ ਆ ਯੋਗੀ? ਹਾਂਜੀ ਹਾਂਜੀ, ਰਾਮਦੇਵ ਯੋਗੀ ਜਿਹੜੇ ਯੋਗਾ ਕਰਦੇ ਨੇ। ਅੱਛਾ, ਹੋਰ ਵੀ ਬਹੁਤ ਸਾਰੇ ਹੈਗੇ ਨੇ ਜਿਹੜੇ ਵੀ ਆ ਯੋਗਾ ਨੂੰ ਅਪਣਾਉਂਦੇ ਨੇ, ਉਹ ਯੋਗੀ ਉਹ ਅੱਜ ਕੱਲ ਵੀ ਤਪ ਕਰਦੇ ਉਦਾਂ ਦੇ ਯੋਗਾ ਤਾਂ ਕਰਦਾ ਉਹ ਤਾਂ ਮੈਨੂੰ ਪਤਾ। ਹਾਂ ਭੈਣ, ਤੁਸੀਂ ਉਹ ਤਪ ਵਾਲੇ ਤੁਸੀਂ ਦੇਖੋਗੇ ਨਾ, ਆਪਣੇ ਜਿਹੜੇ ਅਘੋਰੀ ਨੇ, ਹਾਂ, ਉਹ ਕਿਹਾ ਸੀ ਨਾ, ਅਘੋਰੀ ਈਟਿੰਗ ਹਿਊਮਨ ਬੋਡੀ, ਜਦੋਂ ਵੇਖੋਗੇ ਤੇ ਉਹ ਅੱਜ ਵੀ ਕਈ ਸਾਰੇ ਕਰਦੇ ਨੇ। ਪਿੰਡਾਂ ਵਿੱਚ ਕਈ ਵਾਰੀ ਬਾਬੇ ਬੈਠੇ ਹੁੰਦੇ ਨੇ, ਉਹ ਸਮਾਧੀਆਂ ਦੀਆਂ ਲਾ ਕੇ ਅੱਗ ਉੱਗ ਜੀ ਬਾਲ ਕੇ। ਅੱਛਾ, ਹਾਂ, ਕਈ ਕਰਦੇ ਨੇ ਅੱਜ ਵੀ। ਕਈ ਤੁਸੀਂ ਦੇਖਿਆ ਹੋਣਾ, ਇੱਧਰ ਇੱਕ ਲੇਟਨ ਬਾਬਾ ਸੀ, ਉਹ ਲੇਟ ਕੇ ਤੇ ਕਿਸੇ ਤੀਰਥ ਤੇ ਜਾ ਰਿਹਾ ਸੀ। ਮੈਂ ਆਪ ਵੇਖੇ ਨੇ ਰਾਜਸਥਾਨ ਵਿੱਚ ਨਾ, ਇੱਕ ਬੰਦਾ ਲੈ ਕੇ ਪੱਥਰ ਫੜ ਕੇ ਲੰਮਾ ਪੈ ਕੇ ਤੇ ਪੱਥਰ ਰੱਖ ਦਿੰਦਾ, ਫਿਰ ਖੜਾ ਹੋ ਕੇ ਪੱਥਰ ਤੱਕ ਤੁਰਨਾ, ਫਿਰ ਅੱਗੇ ਲੰਮੇ ਪੈ ਕੇ ਪੱਥਰ ਰੱਖਣਾ, ਤੇ ਐਵੇਂ ਉਹ ਸੈਂਕੜੇ ਮੀਲਾਂ ਦੀ ਯਾਤਰਾ ਕਰਦੇ ਨੇ। ਗੋਡੇ ਗਿੱਟੇ ਛਿੱਲੇ ਹੁੰਦੇ ਉਹਨਾਂ ਦੇ, ਕਰਦੇ ਨੇ ਅੱਜ ਵੀ ਕਈ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ। ਸਾਡੇ ਬਹੁਤ ਪੁਰਾਣੇ ਟਾਈਮਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਜਦੋਂ ਛੋਟੇ ਹੁੰਦੇ ਸੀਗੇ, ਹਰੇਕ ਪਿੰਡ ਦੇ ਵਿੱਚ ਜਾਂ ਛੋਟਾ ਮੋਟਾ ਗੁਰਦੁਆਰਾ ਹੁੰਦਾ ਸੀਗਾ ਜਾਂ ਕੋਈ ਧਰਮਸ਼ਾਲ ਹੁੰਦੀ ਸੀਗੀ। ਤੇ ਸਾਡੇ ਪਿੰਡ ਇੱਕ ਧਰਮਸ਼ਾਲ ਸੀਗੀ, ਉੱਥੇ ਇੱਦਾਂ ਆਉਂਦੇ ਹੁੰਦੇ ਸੀਗੇ, ਜਿੱਦਾਂ ਯੋਗੀ ਆਉਂਦੇ ਹੁੰਦੇ ਆ, ਉਹ ਸੁਲਫਾ ਵੀ ਪੀਂਦੇ ਸੀਗੇ ਤੇ ਘੋੜੇ ਹਾਥੀ ਵੀ ਲੈ ਕੇ ਆਉਂਦੇ ਹੁੰਦੇ ਸੀਗੇ। ਤੇ ਉਹਨਾਂ ਨੇ ਇਹ ਜਲ ਧਾਰੇ ਵੀ ਕਰਦੇ ਸੀਗੇ, ਅੱਗ ਦਾ ਵੀ ਕਰਦੇ ਆ। ਸਾਰੇ ਏਦਾਂ ਦੇ ਕਰਦੇ ਰਹੇ ਕਿ ਆਪਾਂ ਦੇਖਦੇ ਰਹੇ ਹਾਂ। ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਹੋ ਰਿਹਾ, ਜਿੱਦਾਂ ਹੁਣ ਯੂਟਿਊਬਾਂ ਦੇ ਤਾਂ ਬਿਲਕੁਲ ਨੇੜੇ ਕਰ ਦਿੱਤਾ, ਹਰ ਇੱਕ ਨੂੰ ਮਾੜਾ ਜਿਹਾ ਪਾ ਕੇ ਦੇਖੋ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ, ਗੋਰੀ ਬਾਬੇ, ਤੇ ਜੇ ਕਿਸੇ ਨੇ ਨਹੀਂ ਵੀ ਦੇਖਿਆ ਤਾਂ ਉਹ ਵੀ ਦੇਖ ਸਕਦੇ ਆ। ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਸਿਸਟਮ ਹੈ ਉਹਦੇ ਮੁਤਾਬਕ ਉਹ ਚੱਲਦੇ ਆ। ਆਪਣਾ ਵਿਸ਼ਵਾਸ ਹੈ ਜੀ। ਮਤਲਬ ਸਾਨੂੰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕਨਸੈਪਟ ਦਿੱਤਾ ਸੀਗਾ, ਆਪਾਂ ਜੇ ਉਹਨੂੰ ਅਪਣਾ ਲਈਏ ਤਾਂ ਸਾਡੀ ਲਾਈਫ ਦੇ ਵਿੱਚ ਏਦਾਂ ਦਾ ਕੋਈ ਪਖੰਡ ਬਾਤ ਨਹੀਂ ਰਹਿ ਜਾਂਦਾ। ਸਿਰਫ ਸਿੰਪਲ ਲਾਈਫ ਆ। ਤੁਸੀਂ ਕੰਮਕਾਰ ਕਰੋ, ਆਪਣੇ ਲੁੱਕ ਆਫਟਰ ਕਰੋ, ਆਪਣੇ ਬੱਚਿਆਂ ਦੀ, ਆਪਣੇ ਆਂਢ ਗੁਆਂਢ ਦੀ ਜੇ ਕਰ ਸਕਦੇ ਆ, ਘੱਟੋ ਘੱਟ ਆਪਣੇ ਆਪ ਨੂੰ ਸਵਾਰ ਲਓ ਤਾਂ ਸਾਰਾ ਸੁਧਰਿਆ ਹੀ ਹੈ। ਜੇ ਸਾਰੇ ਆਪਣੇ ਆਪ ਨੂੰ ਸਵਾਰਨ ਲੱਗ ਪਏ ਤੇ ਆਪੇ ਹੀ ਸਾਰੀ ਦੁਨੀਆ ਸਵਾਰ ਹੋ ਜਾਣੀ ਹੈ। ਤਾਂ ਫਿਰ ਤੁਸੀਂ ਗਾਹਾਂ ਜਾ ਕੇ ਆਪਣੇ ਗੁਆਂਢ ਦੇ ਵਿੱਚ ਵੀ ਕਿਸੇ ਦੀ ਹੈਲਪ ਕਰ ਸਕਦੇ ਹੈ ਜੀ। ਤਾਂ ਇੱਦਾਂ ਦਾ ਕਨਸੈਪਟ ਤਾਂ ਬਹੁਤ ਵਧੀਆ ਹੈ ਜੀ, ਪਰ ਸਾਡੇ ਭੁਲੇਖੇ ਬਹੁਤ ਪਏ ਹੋਏ ਇਹਦੇ ਵਿੱਚ। ਆਪਾਂ ਉਹਨਾਂ ਦੇ ਵਿੱਚ ਉਲਝ ਕੇ ਦੁਨੀਆ ਨੂੰ ਸੁਖੀ ਕਰਨ ਵਾਸਤੇ ਜਾਂਦੇ, ਪਰ ਪਹਿਲਾਂ ਅੰਦਰੋਂ ਦੁਖੀ ਹੁੰਦੇ ਆ। ਆਪਾਂ ਪਹਿਲਾਂ ਆਪਣੇ ਆਪ ਨੂੰ ਸਵਾਰ ਲਈਏ। ਜਗਜੀਤ ਕੌਰ ਜੀ, ਤੁਸੀਂ ਅਨਮਿਊਟ ਹੋਏ। ਹਾਂਜੀ ਗਿਆਨੀ ਜੀ, ਮੈਂ ਵੀ ਇਹੀ ਕੁਐਸਚਨ ਹੈਗਾ, ਜਿਸ ਤਰ੍ਹਾਂ ਹੁਣ ਅੱਜ ਦਾ ਸ਼ਬਦ ਸੀ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ। ਇਹ ਸਖੀ ਮਤਲਬ ਸਾਡੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਨੇ, ਉਹ ਸਾਡੀਆਂ ਸਖੀਆਂ। ਇਸੇ ਤਰ੍ਹਾਂ ਹੀ ਉਹ ਜਿਹੜਾ ਸ਼ਬਦ ਆਉਂਦਾ ਹੈਗਾ, ਹਮ ਕਰ ਸਾਜਨ ਆਏ, ਤੇ ਸਾਜਨ ਵੀ ਸਾਡੇ ਗਿਆਨ ਇੰਦਰੀ ਨਾ ਉਹਦੇ ਵਿੱਚ, ਉਸ ਸ਼ਬਦ ਹਮ ਕਰ ਸਾਜਨ ਆਏ ਦਾ ਮਤਲਬ ਹੈਗਾ ਕਿ ਰੱਬ ਦੇ ਜਿਹੜੇ ਗੁਣ ਨੇ ਉਹ ਮੇਰੇ ਘਰ ਵਿੱਚ ਆ ਗਏ ਨੇ। ਰੱਬ ਆ ਗਿਆ ਮੀਨਸ ਰੱਬ ਦੇ ਗੁਣ। ਹਾਂਜੀ, ਸਾਜਨ ਦਾ ਮਤਲਬ ਹੈਗਾ ਸੱਜਣ, ਰੱਬ ਦੇ ਗੁਣ। ਹਮ ਕਰ ਸਾਜਨ ਆਏ, ਸਾਚੇ ਮੇਲ ਮਿਲਾਏ, ਤੇ ਸੱਚਾ ਮੇਲ ਮਿਲ ਗਿਆ ਮੇਰੀ ਸੂਰਤ ਦਾ ਉਰਗੁਣ। ਵਰਡ ਸਾਚੇ ਜਦੋਂ ਦੁਲਾਵਾਂ ਨਾਲ ਹੁੰਦਾ ਹੈ, ਉਹ ਸਿਰਫ ਯੂਜ਼ ਹੁੰਦਾ ਤੇ ਮਤਲਬ ਵਾਹਿਗੁਰੂ ਵਾਸਤੇ ਹੁੰਦਾ ਹੈ, ਇੱਕੋ ਹੀ ਸੱਚਾ ਹੈਗਾ। ਨਹੀਂ, ਕਈ ਵਾਰੀ ਸੱਜਣ ਨਾ ਅਸੀਂ ਆ ਦੁਨਿਆਵੀ ਸੱਜਣ ਵੀ ਲੈਂਦੇ ਹਾਂ, ਲੇਕਿਨ ਕਰੀਬ ਜ਼ਿਆਦਾ ਸੱਜਣ ਰੱਬ ਵਾਸਤੇ। ਨਹੀਂ ਸਾਚਾ ਹੈ, ਸੱਚ ਜਿਹੜਾ ਵਰਡ ਹੈਗਾ ਸੱਚ ਹੈ, ਵਾਸਤੇ ਹਾਂਜੀ ਹੈਗਾ, ਜਾਂ ਸੱਚ ਵਾਸਤੇ ਜਿਹੜਾ ਅਸੀਂ ਸੱਚ ਬੋਲਦੇ ਹਾਂ ਉਹਦੇ ਵਾਸਤੇ, ਪਰਮਾਤਮਾ ਵਾਸਤੇ। ਹਾਂਜੀ,
ਮਤਲਬ ਸਾਜਨ ਹੈ ਜਾਂ ਕਿ ਹਿਊਮਨ ਬੀਇੰਗ ਨਹੀਂ, ਸਾਜਨ ਜਿਹੜੇ ਹੈਗੇ ਨੇ ਰੱਬ ਦੇ ਗੁਣ ਕਹਿ ਲਓ ਜਿਸ ਤਰ੍ਹਾਂ ਤੁਸੀਂ ਕਿਹਾ ਹੋਈ। ਹਾਂਜੀ, ਇਹ ਹਿਊਮਨ ਬੀਇੰਗ ਵਾਸਤੇ ਵੀ ਹੈ ਉਹ ਸਾਜਨ ਕੋਈ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਹਿਊਮਨ ਬੀਇੰਗ ਜਿਹੜੇ ਨੇ ਉਹ ਮੇਰੇ ਸੱਜਣ ਮਿੱਤਰ ਨੇ ਜਿਹੜੇ ਮੈਨੂੰ ਰੱਬੀ ਗੁਣ ਯਾਦ ਕਰਾਉਣ, ਉਹ ਵੀ ਅਸਲੀ ਸੱਜਣ ਮਿੱਤਰ। ਕਹਿੰਦੇ ਜੀ ਜਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਆ ਇਹ ਉਹੀ ਨੇ ਗੁਣ ਇਹ ਸਾਡੇ ਸੱਜਣ ਅਸਲੀ ਉਹ ਨੇ। ਹਾਂ, ਚੰਗੇ ਗੁਣ ਜਿਹੜੇ ਆ ਸਤ ਸੰਤੋਖ ਦਇਆ ਧਰਮ ਧੀਰਜ ਇਹ ਸੱਜਣ ਨਹੀਂ ਆ ਸਾਡੇ। ਹਾਂਜੀ, ਇਹ ਸਾਡੇ ਅਸਲੀ ਸੱਜਣ ਸਾਡੇ ਹੈ ਹੀ ਇਹ ਗੁਣ ਨੇ, ਸਾਡਾ ਸੁਭਾਅ ਹੀ ਅਸਲੀ ਸੱਜਣ ਹੈ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਤੇ ਨਾਲ ਸਾਡੇ ਗੁਣ ਹੀ ਚੱਲਣੇ ਨੇ, ਜਾਂ ਔਗਣ ਜਾਂ ਗੁਣ। ਜਿੱਥੇ ਅਸੀਂ ਲੇਖਾ ਮੰਗਿਆ ਜਾਣਾ ਉੱਥੇ ਸਾਡੇ ਸੁਭਾਅ ਨੇ ਨਾ ਗੁਣਾਂ ਦੇ ਨਾਲ ਸਾਡੇ ਖੜੇ ਹੋਣਾ। ਹਾਂਜੀ ਹਾਂ ਭੈਣ। ਹਾਂਜੀ, ਮੈਂ ਕਿਹਾ ਇਸ ਹਿਸਾਬ ਨਾਲ ਜਿਹੜਾ ਸੋ ਜਦੋਂ ਬਰਾਤ ਟੁਕਦੀ ਹੈ ਨਾ ਸ਼ਬਦ ਪੜ੍ਹਨ ਨਹੀਂ ਪੜ੍ਹਨਾ ਚਾਹੀਦਾ ਨਾ। ਚਲੋ ਸ਼ਬਦ ਪੜ੍ਹਨ ਦੀ ਕੋਈ ਉਹ ਗੱਲ ਨਹੀਂ ਹੈ। ਉਹ ਸਾਜਨ ਉਹ ਵਾਲੇ ਨਹੀਂ ਹੋਗੇ ਨਾ ਜਿਨ੍ਹਾਂ ਵਾਸਤੇ ਸ਼ਬਦ ਗਾਣ ਦੀ ਕੋਈ ਗੱਲ ਨਹੀਂ, ਲੇਕਿਨ ਸੱਜਣ ਉਹਨਾਂ ਦੀ ਗੱਲ ਨਹੀਂ ਹੈਗੀ। ਸੱਜਣ ਇੱਥੇ ਹੈਗੀ ਗੁਣਾਂ ਦੀ ਗੱਲ, ਰੱਬ ਦੀ ਗੱਲ। ਜੇ ਉਹ ਸਾਰੇ ਮਿਲ ਕੇ ਲੜਕੀ ਲੜਕੇ ਵਾਲੇ ਜੇਕਰ ਇਹ ਚੀਜ਼ ਨੂੰ ਆਪਣੇ ਦਿਮਾਗ ਵਿੱਚ ਵਸਾਣ ਕਿ ਮੇਰੇ ਹਿਰਦੇ ਵਿੱਚ ਸੱਜਣ ਆਏ ਨੇ ਤਾਂ ਫਿਰ ਸਾਡਾ ਉਹ ਸ਼ਬਦ ਪੜਿਆ ਸਫਲ ਹੋ ਸਕਦਾ। ਹਾਂ, ਪਰ ਲੇਕਿਨ ਇਹ ਨਹੀਂ ਕਿ ਉਹ ਜਿਹੜੇ ਆਏ ਨੇ ਹੁਣ ਜਿਹੜੇ ਵੀ ਸ਼ਰਾਬ ਪੀ ਕੇ ਤੇ ਪਿਓ ਸੱਜਣ। ਬਸ ਮੇਰਾ ਇਹ ਮਤਲਬ ਸੀਗਾ। ਹਾਂਜੀ, ਨਹੀਂ ਉਹਨਾਂ ਵਾਸਤੇ, ਬਰਾਤੀਆਂ ਵਾਸਤੇ ਨਹੀਂ ਹੈ, ਇਹ ਰੱਬ ਵਾਸਤੇ। ਹਾਂਜੀ, ਧੰਨਵਾਦ। ਅਸੀਂ ਸਤਿਕਾਰ ਦੇ ਨਾਲ ਕੋਈ ਸ਼ਬਦ ਲੈ ਕੇ ਜਦੋਂ ਇਦਾਂ ਦੀ ਰਿਸਪੈਕਟ ਸ਼ੋਅ ਕਰਨੀ ਹੁੰਦੀ ਉਹਦੇ ਲਈ ਵਰਤ ਲੈਂਦੇ, ਪਰ ਉਹਨਾਂ ਦਾ ਲਿਟਰਲੀ ਇਹ ਮਤਲਬ ਨਹੀਂ ਹੁੰਦਾ, ਕਿਉਂਕਿ ਜਿੱਦਾਂ ਗਿਆਨੀ ਜੀ ਨੇ ਕਿਹਾ ਵੀ ਉਹਦੇ ਵਿੱਚ ਭੰਗੜੇ ਪਾਉਂਦੇ ਆ ਜਰਾਬੀ, ਉਹਨਾਂ ਨੂੰ ਥੋੜਾ ਸਾਜਨ ਕਹਿਣਾ ਜੀ, ਪਰ ਉਹਨਾਂ ਦਾ ਡੀਪ ਮੀਨਿੰਗ ਭਾਵ ਜਿਹੜਾ ਹੈਗਾ ਉਹ ਜਿੱਦਾਂ ਗਿਆਨੀ ਜੀ ਨੇ ਐਕਸਪਲੇਨ ਕਰ ਦਿੱਤਾ। ਹਾਂਜੀ, ਤੇ ਸਾਡੇ ਨਾਲ ਹਰਵਿੰਦਰ ਕੌਰ ਜੀ ਦਿੱਲੀ ਤੋਂ, ਤੁਸੀਂ ਵੀ ਕਹੀ ਜਾਂਦੇ। ਹਾਂਜੀ ਵੀਰ ਜੀ, ਮੇਰਾ ਸਵਾਲ ਥੋੜਾ ਹਟ ਕੇ ਹੀ ਹੈਗਾ। ਜਿਹੜਾ ਆਪਾਂ ਕਹਿੰਦੇ ਪ੍ਰੇਮ ਪਟੋਲਾ ਤੈਸੋ ਦਿੱਤਾ ਢੱਕਣ ਕੋ ਪਤ ਮੇਰੀ, ਇਹ ਪ੍ਰੇਮ ਪਟੋਲੇ ਦਾ ਕੀ ਮਤਲਬ ਹੈ? ਗੁਰਦੁਆਰੇ ਜਿਹੜੇ ਰੁਮਾਲਾ ਸਾਹਿਬ ਚੜਾਉਂਦੇ ਆ ਲੋਕ ਕਹਿੰਦੇ ਅਸੀਂ ਗੁਰੂ ਜੀ ਨੂੰ ਦਿੱਤਾ ਹੈ, ਮੈਨੂੰ ਥੋੜਾ ਕਨਸੈਪਟ ਕਲੀਅਰ ਕਰ ਦਿਓ ਪਲੀਜ਼। ਨਹੀਂ ਭੈਣ, ਉੱਥੇ ਪ੍ਰੇਮ ਪਟੋਲੇ ਦਾ ਮਤਲਬ ਰੁਮਾਲਾ ਨਹੀਂ, ਉਹ ਰੁਮਾਲੇ ਵਾਲਾ ਸ਼ਬਦ ਲੋਕੀ ਪਹਿਲੋਂ ਪੜ੍ਹਦੇ ਆਏ ਨੇ, ਧਾਰਨਾ ਵੀ ਲੈ ਕੇ ਪ੍ਰੇਮ ਦਾ ਪਟੋਲਾ ਢੱਕ ਲਈ ਪਤ ਮੇਰੀ ਜੈਸ ਨਾ। ਹਾਂਜੀ, ਪਟੋਲਾ ਦਾ ਮਤਲਬ ਹੈਗਾ ਕੱਪੜਾ। ਹਾਂਜੀ, ਤੇ ਪ੍ਰੇਮ ਦਾ ਕੱਪੜਾ ਜਦੋਂ ਅਸੀਂ ਰੁਮਾਲਾ ਦੇਨੇ ਤਾਂ ਹੀ ਬੋਲਦੇ ਨੇ ਉਹ। ਹਾਂਜੀ, ਇਮਤਿਹਾਨ ਨਾਲ ਥੋੜਾ ਸੁਣੋ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਤੈਂ ਦਾ ਮਤਲਬ ਤੂੰ ਦਿੱਤਾ ਮੈਨੂੰ, ਯਾਨੀ ਪ੍ਰੇਮ ਦਿੱਤਾ ਮੈਨੂੰ ਪੱਤ ਢੱਕਣ ਵਾਸਤੇ ਕਿ ਮੇਰੀ ਜ਼ਿੰਦਗੀ ਦੇ ਅੰਦਰ ਪ੍ਰੇਮ ਪੈਦਾ ਹੋ ਜਾਏ ਰੱਬ ਦਾ, ਗੁਣਾਂ ਦਾ, ਤੇ ਉਸ ਪ੍ਰੇਮ ਦੇ ਨਾਲ ਮੇਰੀ ਪੱਤ ਢੱਕੀ ਜਾਏਗੀ। ਰੱਬ ਨੇ ਮੈਨੂੰ ਦਿੱਤਾ ਹੈ, ਗੁਰੂ ਨੇ ਮੈਨੂੰ ਦਿੱਤਾ ਹੈ। ਉਹ ਜਿਹੜਾ ਅਸੀਂ ਰੁਮਾਲਾ ਦਿੰਦੇ ਹਾਂ ਉਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਲੋਕ ਚੜਾਇਆ ਅਸੀਂ ਪ੍ਰਮਾਤਮਾ ਦੀ ਪੱਤ ਢੱਕਣ, ਪ੍ਰਮਾਤਮਾ ਸਾਡੀ ਪੱਤ ਢੱਕਣੀ ਹੈ ਨਾ। ਹਾਂਜੀ, ਰੱਬ ਨੇ ਸਾਡੀ ਪੱਤ ਢੱਕਣ ਵਾਸਤੇ ਸਾਨੂੰ ਪ੍ਰੇਮ ਦਾ ਕੱਪੜਾ ਦਿੱਤਾ ਹੈ। ਜੇ ਅਸੀਂ ਉਸ ਪ੍ਰੇਮ ਨੂੰ ਯੂਜ਼ ਕਰਦੇ ਹਾਂ ਤਾਂ ਸਾਡੀ ਪੱਤ ਢੱਕੀ ਜਾਏਗੀ, ਜੇ ਰੱਬੀ ਪ੍ਰੇਮ ਨੂੰ ਯੂਜ਼ ਨਹੀਂ ਕਰਦੇ ਤਾਂ ਫਿਰ। ਥੈਂਕ ਯੂ। ਹਾਂਜੀ, ਤੇ ਰੁਮਾਲੇ ਜਿਹੜੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਦੇਖੋ ਮੈਂ ਰੁਮਾਲੇ ਚੜਾਉਣ ਦਾ ਬਿਲਕੁਲ ਵੀ ਵਿਰੋਧੀ ਨਹੀਂ, ਲੇਕਿਨ ਰੁਮਾਲੇ ਚੜਾਉਣ ਦੀ ਬਜਾਏ ਨਾ ਤੁਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਵੀਰ ਨੇ ਉਹਨਾਂ ਦੇ ਨਾਲ ਗੱਲਬਾਤ ਕਰੋ ਕਿ ਗੁਰਦੁਆਰਾ ਸਾਹਿਬ ਕਿਸ ਚੀਜ਼ ਦੀ ਜ਼ਰੂਰਤ ਹੈ, ਉਹ ਚੀਜ਼ ਦੇ ਕੇ ਆਓ। ਕਈ ਵਾਰੀ ਹੁੰਦਾ ਕਿ ਰੁਮਾਲੇ ਜਿਹੜੇ ਅਸੀਂ ਦਿੰਦੇ ਹਾਂ ਇੱਕ ਤਾਂ ਉਹ ਸਾਈਜ਼ ਦੇ ਨਹੀਂ ਹੁੰਦੇ ਜਿਹੜੇ ਅਸੀਂ ਉੱਥੇ ਗੁਰਦੁਆਰਾ ਸਾਹਿਬ ਯੂਜ਼ ਕਰਦੇ ਨੇ, ਫਿਰ ਇੰਨੇ ਰੁਮਾਲੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪਏ ਨੇ ਕਿ ਜਿਹੜੇ ਕਿਸੇ ਯੂਜ਼ ਵਿੱਚ ਨਹੀਂ ਹੈਗੇ, ਤੇ ਫਿਰ ਉਹ ਕਈ ਵਾਰੀ ਉਹਨਾਂ ਦਾ ਸੰਸਕਾਰ ਕਰਨਾ ਪੈਂਦਾ ਜਾਂ ਕਿਸ ਤਰ੍ਹਾਂ। ਇਸ ਲਈ ਰੁਮਾਲੇ ਦੀ ਜਗ੍ਹਾ ਤੇ ਕੋਈ ਹੋਰ ਚੀਜ਼ ਵੀ ਦਿੱਤੀ ਜਾ ਸਕਦੀ। ਗੁਰਦੁਆਰੇ ਪੱਖੇ ਦੀ ਲੋੜ ਹੈ, ਏਸੀ ਦੀ ਲੋੜ ਹੈ, ਲੰਗਰ ਵਿੱਚ ਬਰਤਨਾਂ ਦੀ ਜ਼ਰੂਰਤ ਹੈ, ਜਾਂ ਮਤਲਬ ਕਿਸੇ ਰਾਗੀ ਗ੍ਰੰਥੀ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ। ਹੁਣ ਕਈ ਵਾਰੀ ਅਸੀਂ ਵੇਖਦੇ ਹਾਂ ਵੀ ਗੁਰਦੁਆਰੇ ਦੇ ਵਿੱਚ ਪ੍ਰੈਸ ਨਹੀਂ ਹੈਗੀ, ਲੇਕਿਨ ਅਸੀਂ ਰੁਮਾਲੇ ਚੜਾਈ ਜਾਂਦੇ ਹਾਂ। ਗੁਰਦੁਆਰੇ ਕਿਹੜੀ ਗੀਜ਼ਰ ਦੀ ਜ਼ਰੂਰਤ ਹੈਗੀ ਹੈ ਜਾਂ ਹੋਰ, ਤਾਂ ਸਾਨੂੰ ਪ੍ਰਬੰਧਕ ਵੀਰਾਂ ਦੇ ਨਾਲ ਮਿਲ ਕੇ ਪੁੱਛ ਲੈਣਾ ਚਾਹੀਦਾ ਕਿ ਕਿਸ ਚੀਜ਼ ਦੀ ਲੋੜ ਹੈ, ਕਿਸ ਨੂੰ ਚੀਜ਼ ਦਵੀ। ਠੀਕ ਹੈ ਜੀ, ਸਾਡੇ ਨਾਲ ਪਨੀਤ ਕੌਰ ਜੀ ਜੁੜੇ ਹੋਏ ਤਾਂ ਉਹਨਾਂ ਨੇ ਕੋਈ ਕੁਐਸਚਨ ਪੁੱਛਣਾ। ਪਨੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਹਾਂਜੀ ਵੀਰ ਜੀ, ਇਹ ਦੱਸ ਦੇਣਾ, ਇੱਕ ਲਾਸਟ ਵਿੱਚ ਇੱਕ ਆਇਆ ਸੀਗਾ ਕਰਨ ਕਾਰਨ ਜੋਗੋ, ਇਸ ਦਾ ਇੱਕ ਵਾਰੀ ਦੁਬਾਰਾ ਤੋਂ 35ਵੀਂ ਪੌੜੀ ਕੀ ਸ਼ਾਇਦ। ਹਾਂਜੀ, ਕਰਨ ਕਾਰਨ ਜੋਗੋ ਦਾ ਮਤਲਬ ਹੈਗਾ ਵੀ ਜਿਹੜਾ ਹਰ ਚੀਜ਼ ਨੂੰ ਕਰਨ ਦੇ ਯੋਗ ਹੈਗਾ। ਕਰਨ ਤੇ ਕਾਰਨ ਵੱਖਰਾ।
ਕਰਨ ਕਾਰਨ ਦਾ ਮਤਲਬ ਹੈਗਾ ਵੀ ਹਰ ਕਾਰਜ ਦਾ ਉਹ ਕਾਰਨ ਹੈ, ਮਤਲਬ ਹਰ ਕੰਮ ਕਰ ਸਕਦਾ ਹੈ। ਕਰਨ ਕਾਰਨ ਜੋਗੋ ਦਾ ਸਾਰਾ ਅਰਥ ਬਣੇਗਾ ਸਭ ਕੁਝ ਕਰਨ ਦੇ ਸਮਰੱਥ। ਓਕੇ, ਅੱਛਾ ਜੀ, ਅੱਛਾ ਅੱਛਾ। ਵੀ ਜੋ ਹਰ ਕੰਮ ਕਰ ਸਕਦਾ ਹੈ, ਸਭ ਕੁਝ ਕਰਨ ਦੇ ਸਮਰੱਥ। ਕਰਨ ਕਾਰਨ ਜੋਗੋ ਦਾ ਪੂਰਾ ਮੀਨਿੰਗ ਬਣੇਗਾ ਸਾਰੇ ਕੰਮ ਕਰਨ ਦੇ ਜੋ ਸਮਰੱਥ ਹੈ, ਉਹ ਮੈਨੂੰ ਮਿਲ ਗਿਆ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ ਤੁਹਾਡਾ ਪੁਨੀਤ ਕੌਰ ਜੀ। ਤੇ ਹੋਰ ਸਾਡੇ ਨਾਲ ਹੁਣ ਇਸ ਵੇਲੇ ਕੋਈ ਵੀ ਅਨਮਿਊਟ ਨਹੀਂ ਹੈਗੇ, ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਹਾਂਜੀ, ਮੇਰੀ ਘਰ ਵਾਲੀ ਆਈ ਹੈ ਜੀ, ਮੇਰਾ ਖਿਆਲ ਸ਼ਾਇਦ ਪੁੱਛਣਾ ਚਾਹੁੰਦੇ ਕੁਛ। ਹਾਂਜੀ, ਮੈਂ ਸਿਰਫ ਗਿਆਨੀ ਜੀ ਉਹਨਾਂ ਦਾ ਧੰਨਵਾਦ ਕਰਨਾ ਹੈ ਕਿ ਜੋ ਡੀਟੇਲ ਦੇ ਵਿੱਚ ਉਹ ਸਾਨੂੰ ਦੱਸ ਰਹੇ ਆ ਨਾ, ਉਹ ਬਹੁਤ ਚੰਗੀ ਤਰ੍ਹਾਂ ਸਮਝ ਆ ਰਿਹਾ। ਔਰ ਆਪਣੇ ਆਪ ਹੁਣ ਕਈ ਸ਼ਬਦਾਂ ਦੇ ਜਦੋਂ ਤੁਸੀਂ ਪੜ੍ਹਦੇ ਆ ਤੇ ਉਹਦੇ ਅਰਥ ਆਪਣੇ ਆਪ ਸਮਝ ਆਉਣ ਲੱਗ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਆਨੰਦ ਸਾਹਿਬ ਦੀ ਵੀ ਤੁਸੀਂ ਬਹੁਤ ਵਿਲੱਖਣ ਤਰੀਕੇ ਦੇ ਨਾਲ ਤੁਸੀਂ ਇਹ ਕਥਾ ਕੀਤੀ ਆ, ਤੇ ਅਸੀਂ ਤੁਹਾਡਾ ਇਨਫ ਧੰਨਵਾਦ ਨਹੀਂ ਕਰ ਸਕਦੇ। ਥੈਂਕ ਯੂ ਵੈਰੀ ਮੱਚ ਜੀ। ਧੰਨਵਾਦ ਮੇਰੀ ਭੈਣ। ਤੁਸੀਂ ਵਿਚਾਰਾਂ ਦੇ ਨਾਲ ਸਾਰੇ ਵੀਰ ਭੈਣਾਂ ਨੇ ਸਹਿਮਤੀ ਪ੍ਰਗਟਾਈ ਹੈ। ਤੁਹਾਡਾ ਵੀ ਔਰ ਬਾਕੀ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ, ਤਹਿ ਦਿਲੋਂ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਜੀ ਸਾਰਿਆਂ ਦਾ ਹੀ, ਅੱਜ ਜਿਨ੍ਹਾਂ ਨੇ ਵੀ ਆਪਣਾ ਹਿੱਸਾ ਲਿਆ, ਤੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ, ਤੇ ਆਪਾਂ ਕੱਲ ਨੂੰ ਮੁੜ ਕੇ ਫੇਰ ਕਿਸੇ ਪਲੇਟਫਾਰਮ ਤੇ ਆਵਾਂਗੇ ਜੀ 2 ਵਜੇ। ਤੇ ਕੱਲ ਤਾਈਂ ਲਓ ਇਜਾਜ਼ਤ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।